ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਕਾਬਲ ਬਿਖੈ ਮਸੰਦ ਇੱਕ, ਸੰਗ੍ਰਹਿ ਗੁਰ ਕੀ ਕਾਰ। ਸੰਮਤ ਮਹਿ ਸਭ ਆਨ ਕਰ, ਅਰਪਹਿ ਗੁਰ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਗੁਰੂ ਚਰਨਾਂ 'ਚ ਸੁਭਾਏਮਾਨ ਹੋ ਕਰਕੇ ਸੰਧਿਆ ਦੇ ਦੀਵਾਨਾਂ ਵਿੱਚ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਆਰਤੀ ਆਰਤੀ ਦਾ ਆਨੰਦ ਮਾਣਿਆ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਹਜੂਰੀ ਕੀਰਤਨੀਏ ਸਤਿਕਾਰਯੋਗ ਬਾਬਾ ਗੜਗੱਜ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਮਹਾਂਪੁਰਸ਼ਾਂ ਪਾਸੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਹ ਬਚਨਾਂ ਦਾ ਕੀਰਤਨ ਸਰਵਣ ਕੀਤਾ ਹੈ ਜੋ ਸਤਿਗੁਰੂ ਜੀ ਨੇ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਲਈ ਉਚਾਰਨ ਕੀਤੇ ਹਨ। ਭਾਈ ਨੰਦ ਲਾਲ ਜੀ ਨਾਲ ਜੋ ਬਚਨ ਹੋਏ ਨੇ ਸਤਿਗੁਰਾਂ ਦੇ, ਸੁਨੋ ਨੰਦ ਲਾਲ ਜੈ ਸਾਜ, ਪ੍ਰਗਟ ਕਰੂੰਗਾ ਆਪਣਾ ਰਾਜ। ਚਾਰ ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਸਿੰਘ ਕੋ ਨਾਮ ਜਪਾਊਂ। ਮਹਾਰਾਜ ਨੇ ਖਾਲਸਾ ਚੌਹਾਂ ਵਰਨਾਂ ਵਿੱਚੋਂ ਸਾਜਿਆ ਹੈ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਸਾਰੀ ਮਾਨਵਤਾ ਦਾ ਕਲਿਆਣ ਕਰਨ ਲਈ ਤੀਸਰਾ ਪੰਥ ਖਾਲਸਾ ਪੰਥ ਸਾਜ ਦਿੱਤਾ ਹੈ। ਇਸ ਪੰਥ ਦੀ ਬੜੀ ਵੱਡੀ ਵਡਿਆਈ ਗੁਰੂ ਕੀ ਬਾਣੀ ਵਿੱਚ ਵੀ ਹੈ, ਗੁਰੂ ਕੇ ਦੱਸੇ ਹੋਏ ਰਹਿਤਨਾਮਿਆਂ ਵਿੱਚ ਵੀ ਹੈ ਤੇ ਸਿੱਖ ਇਤਿਹਾਸ ਦੇ ਸਰੋਤਾਂ ਵਿੱਚ ਵੀ ਹੈ, ਜੋ ਗੁਰੂ ਕੇ ਪਿਆਰੇ ਗਾ ਸੁਣ ਕੇ ਸੰਗਤਾਂ ਨੂੰ ਸੁਣਾਉਂਦੇ ਹਨ। ਬਾਬਾ ਜੀ ਨੇ ਆਪ ਜੀ ਨੂੰ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਉਹਨਾਂ ਉਪਦੇਸ਼ਾਂ ਦੀ ਸਾਂਝ ਪਾਈ ਹੈ। ਆਓ ਹੁਣ ਜੋ ਕਲਗੀਧਰ ਪਿਤਾ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਇਤਿਹਾਸ ਦੀ, ਗੁਰੂ ਕੇ ਸਿੱਖ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕਰਕੇ ਉਹ ਰੋਜ਼ ਇਹ ਮਹਾਰਾਜ ਦੀ ਪਵਿੱਤਰ ਗੁਰਬਾਣੀ ਦਾ ਤੇ ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਨੇ। ਸਤਿਗੁਰੂ ਸਾਹਿਬ ਜੀ ਦਸਮ ਪਾਤਸ਼ਾਹ ਜੀ ਦੇ ਵਿਆਹ ਤੋਂ ਬਾਅਦ ਅੱਗੇ ਜੋ ਮਹਾਰਾਜ ਦਾ ਜਾਹੋ ਜਲਾਲ ਵਧਿਆ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜੋ ਮਹਾਰਾਜ ਦਾ ਪ੍ਰਤਾਪ ਵਧਿਆ ਹੈ। ਰੋਜ਼ ਸਤਿਗੁਰੂ ਜੀ ਘੋੜਿਆਂ 'ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਂਦੇ ਹਨ, ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ। ਹਰ ਸਾਲ ਤੀਰ ਕਮਾਨ ਦਾ ਭਾਰ ਵਧਾ ਦਿੰਦੇ ਹਨ ਔਰ ਆਪਣੇ ਡੋਲਿਆਂ ਦੀ ਬੜੀ ਭਾਰੀ ਵਰਜਿਸ਼ ਐਕਸਰਸਾਈਜ਼ ਕਰਦੇ ਹਨ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਯੋਧਿਆਂ ਕੋਲੋਂ ਵੀ ਬੜੀ ਕਸਰਤ ਕਰਵਾਉਂਦੇ ਹਨ। ਉਹ ਕਥਾ ਆਪਾਂ ਕੱਲ੍ਹ ਸਰਵਣ ਕੀਤੀ ਸੀ। ਉਸ ਤੋਂ ਅੱਗੇ ਹੁਣ ਸਤਿਗੁਰੂ ਜੀ ਦਾ ਪ੍ਰਤਾਪ ਕਿੱਦਾਂ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਾਰੀ ਦੁਨੀਆ ਗੁਰੂ ਕਲਗੀਧਰ ਦੇ ਚਰਨਾਂ ਦੀ ਮੁਰੀਦ ਬਣਦੀ ਜਾ ਰਹੀ ਹੈ। ਦੂਰੋਂ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਸੰਗਤਾਂ ਚੱਲ ਚੱਲ ਕੇ ਆਉਂਦੀਆਂ ਨੇ। ਆਨੰਦਪੁਰ ਸਾਹਿਬ ਆਨੰਦ ਦਾ ਮੀਂਹ ਵਸਦਾ ਹੈ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ। ਸੁਣ ਸੁਣ ਸੁਧ ਭੁੱਲਦੀ ਏ ਨਰ ਨਾਹ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਹੋ ਜਲਾਲ ਦੀ ਕਥਾ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਿਆਨ ਕੀਤੀ ਹੈ। ਪਿਆਰ ਨਾਲ ਸਰਵਣ ਕਰੀਏ, ਆਪਣੇ ਪਿਤਾ ਦੀ ਸਿਫਤ ਹੈ। ਇਹ ਸਾਡਾ ਇਤਿਹਾਸ ਹੈ। ਕੋਈ ਦੁਨੀਆ ਦੇ ਪੁੱਛੇ, ਕੱਲ੍ਹ ਅਸੀਂ ਉਜੈਨ ਜਦੋਂ ਮਹਾਰਾਣੀ ਜਿੰਦਾਂ ਦੀ ਸਮਾਧੀ 'ਤੇ ਗਏ, ਨਾਸਿਕ ਜਦੋਂ ਮਹਾਰਾਣੀ ਜਿੰਦਾਂ ਦੀ ਉੱਥੇ ਪੁਰਾਣੇ ਜ਼ਮਾਨੇ 'ਚ ਮਹਾਰਾਜਾ ਦਲੀਪ ਸਿੰਘ ਜੀ ਜਦੋਂ ਆਏ ਸਨ, ਅੰਗਰੇਜ਼ਾਂ ਨੇ ਪੰਜਾਬ ਨਹੀਂ ਸੀ ਜਾਣ ਦਿੱਤਾ, ਮਨਜ਼ੂਰੀ ਨਹੀਂ ਸੀ ਦਿੱਤੀ, ਕਿਉਂਕਿ ਅੰਗਰੇਜ਼ ਡਰਦੇ ਸਨ ਜੇ ਸ਼ੇਰੇ ਪੰਜਾਬ ਦਾ ਪੁੱਤਰ ਪੰਜਾਬ ਵੜ ਗਿਆ ਤੇ ਖਾਲਸਾ ਭੜਕ ਕੇ ਇਹਨੂੰ ਆਪਣਾ ਬਾਦਸ਼ਾਹ ਬਣਾ ਲਏਗਾ ਤੇ ਸਾਨੂੰ ਪੰਜਾਬ 'ਚੋਂ ਸਿੰਘ ਕੱਢ ਦੇਣਗੇ। ਇਸ ਕਰਕੇ ਨਾਸਿਕ ਤੋਂ ਅੱਗੇ ਨਹੀਂ ਸੀ ਜਾਣ ਦਿੱਤਾ। ਮਹਾਰਾਣੀ ਦੀ ਡੈੱਡ ਬਾਡੀ ਲੈ ਕੇ, ਆਪਣੀ ਮਾਂ ਦਾ ਪਵਿੱਤਰ ਸਰੀਰ ਲੈ ਕੇ ਉਹ ਪੰਜਾਬ ਜਾਣਾ ਚਾਹੁੰਦਾ ਸੀ। ਉਹਦੀ ਮਾਤਾ ਮਹਾਰਾਣੀ ਜਿੰਦਾਂ ਦੀ
ਇੱਛਾ ਵੀ ਸੀ ਕਿ ਮੇਰੀ ਮੜੀ ਮੇਰਾ ਸੰਸਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਸਮਾਧੀ ਦੇ ਨੇੜੇ ਕੀਤਾ ਜਾਵੇ, ਪਰ ਹਕੂਮਤ ਨੇ ਉਹਦੀ ਪੇਸ਼ ਨਹੀਂ ਸੀ ਜਾਣ ਦਿੱਤੀ। ਤੋ ਇੱਥੇ ਨਾਸਿਕ ਗੋਦਾਵਰੀ ਦੇ ਕੰਢੇ 'ਤੇ ਸੰਸਕਾਰ ਕਰਨ ਦੀ ਮਨਜ਼ੂਰੀ ਦਿੱਤੀ ਸੀ। ਕੱਲ੍ਹ ਅਸੀਂ ਜਦੋਂ ਇੱਥੇ ਗਏ, ਭਾਵੇਂ ਉਹ ਨਿਸ਼ਾਨੀ ਹੁਣ ਮਿਟਾ ਦਿੱਤੀ ਗਈ ਹੈ, ਫਿਰ ਵੀ ਚਲੋ ਸਿੰਧੀ ਵੀਰਾਂ ਨੇ ਉੱਥੇ ਗੁਰੂ ਘਰ ਬਣਾਇਆ ਹੋਇਆ ਹੈ, ਅਤੇ ਆਪਾਂ ਉਹਨਾਂ ਨੂੰ ਬੇਨਤੀ ਕਰ ਵੀ ਸਕਦੇ ਹਾਂ ਕਿ ਉਹ ਇਤਿਹਾਸ ਨੂੰ ਸਾਂਭ ਲੈਣ। ਸੋ ਉੱਥੇ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ। ਮੇਰਾ ਖਿਆਲ ਕੋਈ ਸਾਊਥ ਇੰਡੀਅਨ ਦੇ ਲੋਕ ਸਨ। ਜਦੋਂ ਬਾਬਾ ਜੀ, ਬਾਬਾ ਗੜਗੜ ਸਿੰਘ ਜੀ ਮਹਾਂਕਾਲ ਅਤੇ ਸਾਰੀਆਂ ਫੌਜਾਂ ਨੂੰ ਵੇਖਿਆ ਨਾ, ਤਾਂ ਉਹ ਅੱਧੀ ਟੁੱਟੀ ਭੁੱਜੀ ਹਿੰਦੀ ਬੋਲਦੇ ਸੀ, ਅਤੇ ਉਹਨਾਂ ਨੇ ਆਖਿਆ ਆਪ ਕਾ ਕੌਣ ਪੰਥ ਹੈ, ਯਾਨੀ ਤੁਹਾਡੀ ਸੰਪਰਦਾ ਕਿਹੜੀ ਹੈ? ਤਾਂ ਬਾਬਾ ਜੀ ਦੇ ਅਸੀਂ ਆਖਿਆ ਵੀ ਸਾਡਾ ਖਾਲਸਾ ਪੰਥ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕਦਮ, ਕਿਉਂਕਿ ਕਈਆਂ ਨੂੰ ਅਜੇ ਪੂਰੀ ਇਹ 10ਵੇਂ ਪਾਤਸ਼ਾਹ ਦੀ ਮਹਿਮਾ ਦਾ ਸਭ ਜਾਣਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਦੁਮਾਲਾ ਵੇਖਿਆ, ਸ਼ਸਤਰ ਬਸਤਰ ਹੱਥਾਂ ਵਿੱਚ ਸਾਰਿਆਂ ਨੇ ਸ਼ਸਤਰ ਫੜੇ ਸੀ, ਕਿਉਂਕਿ ਦੁਨੀਆ ਦੇ ਵਿੱਚ ਪੰਥ ਬੜੇ ਨੇ, ਸੰਨਿਆਸੀਆਂ ਦੇ, ਵੈਰਾਗੀਆਂ ਦੇ, ਜੋਗੀਆਂ ਦੇ, ਜੰਗਮਾਂ ਦੇ। 500 ਤੋਂ ਵੱਧ ਕੇ ਹਿੰਦੁਸਤਾਨ 'ਚ ਪੰਥ ਨੇ। ਪੰਡਿਤ ਗਣੇਸ਼ਾ ਸਿੰਘ ਜੀ ਨਿਰਮਲੇ ਮਹਾਂਪੁਰਸ਼ਾਂ ਨੇ ਭਾਰਤ ਮਤ ਦਰਪਣ ਇੱਕ ਗ੍ਰੰਥ ਲਿਖਿਆ ਅੱਜ ਤੋਂ 100 ਸਾਲ ਪਹਿਲਾਂ। ਭਾਰਤ ਮਤ ਦਰਪਣ ਗ੍ਰੰਥ ਦੇ ਵਿੱਚ 500 ਤੋਂ ਵੱਧ ਕੇ ਸੰਪਰਦਾਵਾਂ ਦਾ ਇਤਿਹਾਸ ਲਿਖਿਆ ਹੋਇਆ। ਉਹਦੇ ਵਿੱਚ ਜਿਹੜਾ ਸਭ ਤੋਂ ਨਿਰਾਲਾ ਪੰਥ ਹੈ ਉਹ ਕਲਗੀਆਂ ਵਾਲੇ ਦਾ ਖਾਲਸਾ ਪੰਥ ਹੀ ਹੈ। ਇਹਦੀ ਚਾਲ ਢਾਲ ਸਭ ਤੋਂ ਵੱਖਰੀ। ਹਮ ਅਕਾਲੀ ਸਭ ਕੇ ਵਾਲੀ, ਹਮਾਰਾ ਪੰਥ ਨਿਆਰਾ ਹੈ। ਇਸ ਖਾਲਸੇ ਨੂੰ 10ਵੇਂ ਪਾਤਸ਼ਾਹ ਨੇ ਮਾਣ ਕਿੰਨਾ ਦਿੱਤਾ। ਕਹਿੰਦੇ ਐਸੀ ਵਸਤ ਜਗਤ ਮੇਂ ਨਾਹੀ, ਜੋ ਮੈਂ ਦਈ ਖਾਲਸੇ ਨਾਹੀ। ਐਸੀ ਕੋਈ ਚੀਜ਼ ਹੀ ਨਹੀਂ ਜਿਹੜੀ ਮੈਂ ਆਪਣੇ ਖਾਲਸੇ ਨੂੰ ਨਹੀਂ ਦਿੱਤੀ। ਸਾਰਾ ਕੁਝ ਹੀ ਦੇਤਾ, ਆਪਣਾ ਹੀ ਰੂਪ ਬਣਾ ਲਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਸ ਖਾਲਸੇ ਦੇ ਪਿਤਾ ਦਾ ਇਤਿਹਾਸ ਹੈ। ਸਾਨੂੰ ਜਿੱਥੇ ਪੰਥ ਪ੍ਰਕਾਸ਼ ਸੁਣਨਾ ਚਾਹੀਦਾ, ਉੱਥੇ 10 ਪਾਤਸ਼ਾਹੀਆਂ ਦਾ ਇਤਿਹਾਸ ਵੀ ਸੁਣਨਾ ਚਾਹੀਦਾ। ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਕੈਥਲ ਸ਼ਹਿਰ ਦੇ ਵਿੱਚ ਜਿਹੜੀ ਹਵੇਲੀ ਹੁਣੇ ਆਪਾਂ ਖਾਲਸੇ ਪੰਥ ਨੇ ਖਰੀਦ ਲਈ ਹੈ, ਉਹ ਹਵੇਲੀ ਦੇ ਵਿੱਚ ਬਹਿ ਕੇ ਇਤਿਹਾਸ ਲਿਖਿਆ ਭਾਈ ਸਾਹਿਬ ਨੇ। ਭਾਈ ਸੰਤੋਖ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਜਾਹੋ ਜਲਾਲ ਦੀ ਕਥਾ ਲਿਖ ਰਹੇ ਨੇ। ਉਹਨਾਂ ਦਾ ਸੰਗਤਾਂ 'ਚ ਪਿਆਰ ਕਿੰਨਾ, ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਅਨੰਦਪੁਰ ਸਾਹਿਬ। ਉਹ ਸੁਣ ਲਓ ਪਿਆਰ ਨਾਲ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਬਲ ਬਿਖੈ ਮਸੰਦ, ਇੱਕ ਸੰਗ੍ਰਹਿ ਗੁਰ ਕੀ ਕਾਰ। ਕਾਬਲ ਦੇਸ਼ ਦੇ ਵਿੱਚ ਇੱਕ ਮਸੰਦ ਗੁਰੂ ਮਹਾਰਾਜ ਦਾ ਥਾਪਿਆ ਹੋਇਆ ਗੁਰੂ ਕੀ ਕਾਰ ਭੇਟਾ ਸੰਗਤਾਂ ਤੋਂ ਇਕੱਠੀ ਕਰਦਾ ਹੈ। ਮਸੰਦ ਕਹਿੰਦੇ ਨੇ ਜਿਹੜਾ ਗੁਰੂ ਦੀ ਮਸ਼ਨਦ ਨਾਲ, ਗੱਦੀ ਨਾਲ ਸੰਬੰਧ ਹੋਵੇ। ਮਸ਼ਨਦ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਹੈ ਗੱਦੀ, ਗੁਰੂ ਦੀ ਗੱਦੀ। ਗੁਰੂ ਨੇ ਜਿਹਨੂੰ ਮੰਜੀ ਦਿੱਤੀ ਹੋਵੇ ਉਹਨੂੰ ਕਹਿੰਦੇ ਨੇ ਮਸੰਦ। ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਰੇ ਗੁਰੂਆਂ ਦੇ ਸਮੇਂ ਤੋਂ ਮਸੰਦ ਚੱਲੇ ਆਏ। 10ਵੇਂ ਪਾਤਸ਼ਾਹ ਦੇ ਸਮੇਂ ਵੀ ਕੁਝ ਮਸੰਦ ਸਨ, ਕੁਝ ਵਿਗੜ ਵੀ ਗਏ ਸਨ। ਜਿਹੜੇ ਵਿਗੜੇ ਸਨ ਉਹਨਾਂ ਨੂੰ ਮਹਾਰਾਜ ਨੇ ਸੋਧਾ ਵੀ ਲਾਇਆ ਸੀ, ਪਰ ਜਿਹੜੇ ਚੰਗੇ ਸਨ ਉਹਨਾਂ ਨੂੰ ਸਤਿਗੁਰੂ ਨੇ ਸਰੋਪੇ ਦੇ ਕੇ ਸਨਮਾਨ ਵੀ ਦਿੱਤਾ ਸੀ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਤੋ ਕਾਬਲ 'ਚ ਇੱਕ ਗੁਰੂ ਕਾ ਸਿੱਖ ਹੈ, ਗੁਰੂ ਕੀ ਕਾਰ ਭੇਟਾ ਸੰਗਤਾਂ ਤੋਂ ਇਕੱਠੀ ਕਰਦਾ ਹੈ। ਸੰਮਤ ਮਹਸਲ ਆਨ ਕਰ, ਅਰਪਹਿ ਗੁਰ ਦਰਬਾਰ। ਸਾਲ ਭਰ ਦਾ ਦਸਵੰਧ ਸਿੱਖਾਂ ਕੋਲੋਂ ਇਕੱਠਾ ਕਰਕੇ ਸਾਲ ਪਿੱਛੋਂ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ, ਦੀਵਾਲੀ 'ਤੇ, ਵਿਸਾਖੀ 'ਤੇ ਆਉਂਦਾ। ਜਦੋਂ ਵੀ ਸਮਾਂ ਬਣੇ ਤੇ ਸਾਲ ਦੀ ਭੇਟਾ ਮਹਾਰਾਜ ਦੇ ਦਰਬਾਰ 'ਚ ਅਰਪਣ ਕਰ ਦਿੰਦਾ ਹੈ। ਚੌਪਈ ਬਲਖ ਬੁਖਾਰਾ ਅਰ ਈਰਾਨ। ਉਹ ਕਿਹੜੇ ਕਿਹੜੇ ਸ਼ਹਿਰਾਂ ਦੀ ਭੇਟਾ ਲੈ ਕੇ ਆਉਂਦਾ? ਬਲਖ ਬੁਖਾਰੇ ਦੀ,
ईरान दे शहर, ईरान देश की भेटा इकट्ठी करता है, अफगानिस्तान की ते ईरान की ते इराक की जिहड़ी माया है संगत की, जिहड़े जिहड़े शहरां 'च सिख रहिंदे ने, काबली सिख बड़े व्यापारी बिजनेसमैन सन, वो गुरु घर की सेवा माया नाल करते सन। कंधार दे सिख, गजनी दे सिख, बलख दे सिख, बुखारे दे सिख, ईरान दे सिख ते इराक दे सिख, उन्हां कोलों घर भेटा माया दसवंध इकट्ठी करता है। इत्यादि जे देश महान, इत्यादि जिहड़े वड्डे वड्डे देश हन, सब ते संग्रह ले कर कार, सारियां कोलों माया इकट्ठी करके एक थां ते कई बार लियायो दरबार, कई बार ये महाराज को आनंदपुर साहब लैके आया। एक दिन गुर हजूर में बैसे, एक दिन गुरु 10वें पातशाह दा दरबार सजिया, कलगियां वाले तखत ते बैठे ने ते काबल दा मसंद चरना च बैठा है। करियो वृतांत सुनावत ऐसे, काबल दे मसंद ने 10वें पातशाह नूं अपने मन की गल दसी है। प्रभ जी पस मंदर के डोरा, कहन लगा महाराज मैं पश्मीने दा तंबू बनदा वेख्या है। दिल्ली पत हित बनियो बडेरा, महाराज काबल दे साडे शहर विच कारीगर तंबू तैयार करते हैं, जिन्हों आप टेंट कह देंगे अंग्रेजी विच, वड्डे वड्डे टेंट लाने आ पश्मीने का। पश्मीना बहुत महंगा कपड़ा हुंदा है, कीमती कपड़ा हुंदा है, रेशमी कपड़े पश्मीने के कपड़े का बनया होया तंबू वेख्या मैं उत्थे। मैं उन्होंने कारीगरां नूं पुछया भी ये तंबू कौन बनवा रहा है, वो कहते जी हिंदुस्तान का बादशाह औरंगजेब बना रहा है। फिर मैं उन्होंने पूछया भी इत्ते कितना पैसा लगेगा, वो कारीगर कहते 1.25 लाख रुपया औरंगजेब खर्च कर रहा है अपना दरबार सजाने वास्ते, वो तंबू बनवा रहा है। काबल में कारीगर कीना, काबल दे विच कारीगर बड़े बड़े सियाणे ने जिहड़े पश्मीने दे तंबू तैयार करते हैं। राजियां महाराजियां बादशाह वास्ते तंबू बनते हैं, वो तंबू हर कोई नहीं बना सकता। हिंदुस्तान का बादशाह बहुत अमीर बादशाह ने क्या खजाने का कोई अंत है। हिंदुस्तान का बादशाह औरंगजेब बनवा रहा है। कार्य अजायब जिसमें चीना, महाराज तंबू दे देखिया ही पता लगता भी क्या है। मैं ओदी कारीगरी दसा तो मैं दस नहीं सकांगा। फेर बसूरत मैं उर लहों, महाराज तंबू की सुंदरता वेखी है, ਉਹਦੇ ਵਿੱਚ ਬੜੀਆਂ ਵੇਲਾਂ ਬੂਟੇ, ਉਹਦੀਆਂ ਕਢਾਈਆਂ, ਉਹਦੇ ਕਲਸ਼, ਉਹਦੀਆਂ ਚੋਭਾਂ, ਉਹਦੀਆਂ ਕਨਾਤਾਂ, ਉਹਦੀਆਂ ਡੋਰਾਂ, ਉਹਦੀ ਹਰ ਚੀਜ਼ ਹੀ ਅਜਾਇਬ ਹੈ। ਮੈਂ ਔਰੰਗਜ਼ੇਬ ਵਾਸਤੇ ਜਦੋਂ ਤੰਬੂ ਬਣਦਾ ਵੇਖਿਆ ਨਾ, मेरा मन दुखी होया गुरु जी। श्री गुर उचित विचारत रहो, दुखी इस करके होया एक झूठे बादशाह वास्ते एडा सोहना तंबू बन रहा है, ते मेरे सच्चे बादशाह वास्ते इस तो वधिया बनना चाहिए है। सो पट दीन दिली पत पासा, ते हुण थोड़े दिन होए ने वो तंबू तैयार हो के दिल्ली आ गया है। पुन कीनी मैं मन में आसा, ते मेरे मन में एक इच्छा पैदा हुई है गुरु जी। मैं अपने मन में सोचा है, मेरे मन का ख्याल पैदा होया, क्योंकि साध संगत जी सारे ख्याल उस प्रभु की कृपा नाल साडे मन च आउंदे ने। चंगे भी आउंदे ने, माड़े भी आउंदे ने। जदों चंगे आउंदे ने ते बंदा चंगे काम करन लग जांदा। कहदा महाराज मेरे मन च ख्याल आया है, गुरु हेत तू जो बनवावहो, कि मैं अपने सतगुरां वास्ते, अपने शहनशाह कलगियां वाले वास्ते भी एक तंबू ਉਹਦੇ ਤੋਂ ਵਧੀਆ, ਉਸ ਤੋਂ ਵੀ ਸੋਹਣਾ ਤੰਬੂ ਤਿਆਰ ਕਰਵਾਵਾਂ। ਦਰਬਕਾਰ ਕੋ ਸਰਬ ਲਗਾਵਹੁ, ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਬਲ ਵਿੱਚ, ਕੰਧਾਰ ਵਿੱਚ, ਗਜਨੀ ਵਿੱਚ, ਬਲਖ ਬੁਖਾਰੇ ਵਿੱਚ, ਬਗਦਾਦ ਵਿੱਚ ਬੜੇ ਅਮੀਰ ਸਿੱਖ ਰਹਿੰਦੇ ਨੇ। ਉਹਨਾਂ ਦੀ ਜਿੰਨੀ ਕਾਰ ਭੇਟਾ ਮਾਇਆ ਦਸਵੰਧ ਨਿਕਲਦਾ, ਮੇਰਾ ਖਿਆਲ ਹੈ ਉਹਦੇ ਨਾਲ ਬੜਾ ਸੋਹਣਾ ਤੰਬੂ ਬਣ ਜਾਏ। एक साल की जे महाराज मैनू आग्या दे दिओ ना दसवंध खर्च करन दी, ते मैं इहो जिहा तंबू बनावांगा भी औरंगजेब दा तंबू भी फिक्का पै जाएगा ਉਹਦੇ सामने। बिना आपके हुक्म ना होवा, पर सतगुरु जी जिन्ना चिर आप जी की आग्या नहीं हुंदी, आप जी का इशारा नहीं हुंदा,
ਆਪ ਜੀ ਦਾ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਮੈਂ ਇਹ ਕੰਮ ਨਹੀਂ ਕਰ ਸਕਦਾ। ਨਹਿ ਬੂਝੇ ਇਹ ਸੰਸਾਰ ਜੋਵਾ। ਮੈਂ ਤਾਂ ਚਾਹੁੰਦਾ ਸੀ ਮੈਂ ਆਰਡਰ ਕਰ ਦਿੰਦਾ, ਪਰ ਮੈਂ ਆਪ ਤੋਂ ਪੁੱਛਿਆ ਨਹੀਂ ਸੀ ਨਾ, ਕਿਤੇ ਗੁਰੂ ਸਾਹਿਬ ਨਾ ਕਰ ਦੇਣ, ਇਸ ਕਰਕੇ ਮੈਂ ਪੁੱਛਣ ਆਇਆ ਹਾਂ। ਸੁਨ ਕਲਗੀਧਰ ਬਾਗ ਬਖਾਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਿਆਰੇ ਮਸੰਦ ਦੀ ਦਿਲ ਦੀ ਭਾਵਨਾ ਜਾਣ ਗਏ। ਜਾਣੀ ਜਾਣ ਪਾਤਸ਼ਾਹ ਆਪਣੇ ਸਿੱਖ ਦਾ ਪ੍ਰੇਮ ਪੂਰਾ ਕਰਨ ਲਈ ਬੋਲ ਪਏ। ਅਬ ਕਾਬਲ ਕੋ ਕਰੋ ਪਿਆਨਾ। ਮਹਾਰਾਜ ਕਹਿੰਦੇ ਸਾਡੀ ਆਗਿਆ ਹੈ, ਜਾ ਹੁਣੇ ਕਾਬਲ ਨੂੰ ਪਿਆਨਾ ਕਰ ਜਾ। ਜਿਸ ਵਿਦ ਕੋ ਹੋਇ ਉਸ ਬਰ ਡੇਰਾ। ਜਿੱਦਾਂ ਦਾ ਡੇਰਾ ਬਣਿਆ, ਡੇਰਾ ਤੰਬੂ ਨੂੰ ਕਹਿੰਦੇ ਨੇ, ਜਿੱਦਾਂ ਦਾ ਤੰਬੂ ਬਣਿਆ ਹੈ, ਜਿੱਦਾਂ ਦਾ ਉਹ ਟੈਂਟ ਕਨਾਤਾਂ ਸਮੇਤ ਬਣਿਆ ਹੈ। ਕਿਆ ਕਿਆ ਬਨ ਹੈ ਕਹੋ ਇੱਕ ਬੇਰਾ। ਇੱਕ ਵਾਰੀ ਸਾਨੂੰ ਦੱਸ ਦੇ ਵੀ ਕੀ ਕੀ ਤਿਆਰ ਕਰੇਗਾ ਕਾਰੀਗਰ, ਉਸ ਤੰਬੂ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਹੋਣਗੀਆਂ, ਉਹ ਤੰਬੂ ਕਿੱਦਾਂ ਦਾ ਹੋਵੇਗਾ। ਹੁਣ ਤੈਂ ਜਾਏ ਤਿਆਰ ਕਰਵਾਵਹੁ। ਫਿਰ ਤੂੰ ਜਾ ਕੇ ਸਾਡੇ ਵੱਲੋਂ ਤੰਬੂ ਦਾ ਆਰਡਰ ਕਰਦੀ, ਕਾਰੀਗਰਾਂ ਨੂੰ ਕਹਿ ਦੇ ਵੀ ਵਧੀਆ ਤੋਂ ਵਧੀਆ ਤੰਬੂ ਤਿਆਰ ਕਰ ਦੇਣ। ਮਨ ਭਾਵਤ ਧਨ ਤਾਹੇ ਲਗਾਵਹੁ। ਜਿੰਨਾ ਪੈਸਾ ਲਾਣਾ ਚਾਹੁੰਦਾ ਲਾ ਲਵੀਂ, ਅਸੀਂ ਤੈਨੂੰ ਪੁੱਛਾਂਗੇ ਨਹੀਂ, ਅਸੀਂ ਤੈਨੂੰ ਕੁਛ ਨਹੀਂ ਕਵਾਂਗੇ। ਗੁਰੂ ਦਾ ਖਜ਼ਾਨਾ, ਮਹਾਰਾਜ ਕਹਿੰਦੇ ਨਾ, ਹਾਂ ਖੀਸਾ ਮੇਰਾ ਤੇ ਹੱਥ ਸਿੰਘਾ ਤੇਰਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖੀਸਾ ਗੁਰੂ, ਖਜ਼ਾਨਾ ਗੁਰੂ ਦਾ ਹੀ ਹੈ, ਤੇ ਖਾਲਸਾ ਵਰਤਦਾ ਖਾਵੇਂ ਖਰਚੇ ਰਲ ਮਿਲ ਭਾਈ, ਲੋਟ ਨਾ ਆਵੇ ਵੱਧ ਹੋ ਜਾਏ। ਮਹਾਰਾਜ ਕਹਿੰਦੇ ਜਾ ਖਜ਼ਾਨਾ ਗੁਰੂ ਦਾ ਜਿੰਨਾ ਮਰਜੀ ਵਰਤਾਈ ਜਾਵੀਂ। ਸੁਨ ਮਸੰਦ ਕਹੈ ਪ੍ਰਭੂ ਮੁਕੰਦੰ। ਇਹ ਸੁਣ ਕੇ ਮਸੰਦ ਕਹਿਣ ਲੱਗਾ, ਹੇ ਮੁਕਤੀ ਦਾਤੇ ਸਤਿਗੁਰੂ ਜੀ, ਇੱਕ ਤੰਬੂ ਵਿੱਚ ਬਨਿਓ ਬਿਲੰਦੰ। ਮਹਾਰਾਜ ਉਹ ਏਦਾਂ ਦਾ ਟੈਂਟ ਹੈ, ਏਦਾਂ ਦਾ ਤੰਬੂ ਹੈ, ਉਹਦੇ ਵਿੱਚ ਇੱਕ ਬਹੁਤ ਵੱਡਾ ਤੰਬੂ ਐਸਾ ਜਿਹਦੇ ਵਿੱਚ ਲੱਖਾਂ ਲੋਕਾਂ ਦਾ ਇਕੱਠ ਬਹਿ ਸਕਦਾ ਹੈ। 5-5 ਕਿੱਲਿਆਂ ਵਿੱਚ ਦੀਵਾਨ ਲਾਣਾ ਹੋਵੇ ਤੇ ਉਹ ਤੰਬੂ ਕੰਮ ਆਉਂਦਾ, ਜਿਹਦੇ ਵਿੱਚ ਕਈ ਹਜ਼ਾਰਾਂ ਲੋਕ ਸੰਗਤਾਂ ਗੁਰੂ ਦੀਆਂ ਬਹਿ ਜਾਣਗੀਆਂ। ਤੁਸੀਂ ਦੀਵਾਨ ਲਾ ਕੇ ਬੈਠੋਗੇ ਜਦੋਂ, ਅਨੇਕ ਪ੍ਰਕਾਰ ਬੂਟ ਅਰ ਬੇਲਾ। ਉਹਦੇ ਜਿਹੜੇ ਆਲੇ ਦੁਆਲੇ ਪੜਦੇ ਹਨ, ਜਿਹੜੇ ਉਹਦੀਆਂ ਕਨਾਤਾਂ ਹਨ, ਬੜੇ ਬੜੇ ਸੋਹਣੇ ਵਿੱਚ ਫੁੱਲਾਂ ਦੀ ਤੇ ਪੰਛੀਆਂ ਦੀ ਤੇ ਬਹੁਤ ਬਹੁਤ ਰੰਗ ਬਰੰਗੇ ਜਾਨਵਰਾਂ ਦੀਆਂ ਤਸਵੀਰਾਂ ਵਿੱਚ ਛਾਪੀਆਂ ਹੋਈਆਂ ਹਨ। ਹੱਥਾਂ ਦੇ ਨਾਲ ਕਢਾਈ ਕਰ ਕਰਕੇ ਬੂਟੇ ਪਾਏ ਹੋਏ ਨੇ, ਵੇਲਾਂ ਪਾਈਆਂ ਹੋਈਆਂ ਨੇ, ਝਾਲਕ ਲਰੀ ਲਰਕਤੀ ਗੇਲਾ। ਤੇ ਝਾਲਰਾਂ ਮੋਤੀਆਂ ਦੀਆਂ ਲੜੀਆਂ ਲਟਕਾਈਆਂ ਹੋਈਆਂ ਨੇ। ਜਿਵੇਂ ਕਿਸੇ ਬਿਲਡਿੰਗ ਦੇ ਵਿੱਚ, ਮਹਿਲ ਦੇ ਵਿੱਚ, ਰਾਜਿਆਂ ਦੇ ਮਹਿਲਾਂ ਵਿੱਚ ਬਨਾਵਟ ਹੁੰਦੀ ਹੈ, ਉਸ ਤੰਬੂ ਦੀ ਬਨਾਵਟ ਮਹਿਲਾਂ ਵਰਗੀ ਹੈ। ਕਿਤ ਕਿਤ ਮੁਕਤਾ ਗੁੱਛ ਲਗਾਏ। ਤੇ ਕਿਤੇ ਕਿਤੇ ਮੋਤੀਆਂ ਦੇ ਗੁੱਛੇ ਲਟਕਦੇ ਹਨ। ਰੇਸ਼ਮ ਕੀ ਡੋਰੈ ਤਨਵਾਏ। ਤੇ ਉਹਦੀਆਂ ਤੰਬੂ ਨੂੰ ਕੱਸਣ ਵਾਸਤੇ ਜਿਹੜੀਆਂ ਰੱਸੀਆਂ ਹੁੰਦੀਆਂ ਨੇ, ਡੋਰਾਂ ਹੁੰਦੀਆਂ ਨੇ, ਉਹ ਰੇਸ਼ਮ ਦੀਆਂ ਲਾਈਆਂ ਹੋਈਆਂ ਨੇ। ਕੰਚਨ ਕਲਸ ਉਤੰਗ ਸੁਹਾਏ। ਤੇ ਉਹ ਉੱਪਰੋਂ ਗੁੰਬਜ ਵਾਲਾ ਹੈ, ਉੱਤੇ ਉਹਦੇ ਗੁੰਬਜ ਬਣਿਆ ਹੋਇਆ ਹੈ, ਉਹ ਸੋਨੇ ਦਾ ਹੈ। ਤਨਿਓ ਸੁਟਰ ਚਹ ਕੁੰਟ ਬਣਾਏ। ਤੇ ਬੜਾ ਸੁੰਦਰ ਚਾਰੇ ਪਾਸਿਓਂ ਇਹੋ ਜਿਹਾ ਤੰਬੂ ਆ ਵੀ ਦੇਖ ਕੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਤੰਬੂ 'ਚ ਆਇਆ ਕਿ ਕਿਸੇ ਮਹਿਲ ਵਿੱਚ ਆ ਗਿਆ। ਹਾਂਜੀ। ਬਹਿਰ ਚਾਨਨੀ ਚਾਰ ਚੁਕੋਨੀ। ਤੇ ਬਾਹਰ ਜਿਹੜੀ ਚਾਨਣੀ ਹੈ ਗੁਰੂ ਜੀ, ਚਾਰ ਚਕੋਨੀ, ਬੜੀ ਸੁੰਦਰ ਹੈ। ਮੁਕਤਾ ਲਰੀ ਲਗੀ ਤਿੰਨ ਲੋਨੀ। ਮੋਤੀਆਂ ਦੀਆਂ ਬੜੀਆਂ ਸੋਹਣੀਆਂ ਸੁੰਦਰ ਲੜੀਆਂ ਲਟਕਦੀਆਂ ਨੇ ਸਤਿਗੁਰੂ ਜੀ। ਚੋਬ ਸੋ ਚਾਂਦੀ ਚਾਮੀ ਕਰ ਕੀ। ਤੇ ਜਿਹੜੀਆਂ ਚੋਭਾਂ ਨੇ ਜਿਨ੍ਹਾਂ ਦੇ ਨਾਲ ਬਾਂਸਾਂ ਦੇ ਨਾਲ ਤੰਬੂ ਨੂੰ ਉੱਪਰ ਚੁੱਕਿਆ ਹੁੰਦਾ, ਉਹਨੂੰ ਚੋਭਾਂ ਕਹਿੰਦੇ ਨੇ। ਉਹ ਜਿਹੜੀਆਂ ਚੋਭਾਂ ਨੇ ਉਹ ਸੋਨੇ ਦੀਆਂ ਤੇ ਚਾਂਦੀ ਦੀਆਂ ਨੇ। ਅਦਕ ਚਤੁਰਤਾ ਕਾਰੀਗਰ ਕੀ। ਕਾਰੀਗਰ ਨੇ ਆਪਣੀ ਕਾਰੀਗਰਤਾ ਦਾ, ਆਪਣੀ ਕਾਰੀਗਰੀ ਦਾ ਕਮਾਲ ਵਿਖਾਇਆ ਹੋਇਆ। ਉਹਨੇ ਆਪਣੀ ਵਿੱਦਿਆ ਦਾ ਕਮਾਲ ਉਹਦੇ ਵਿੱਚ ਪ੍ਰਗਟਾਵਾ ਕੀਤਾ ਹੈ। ਅਬ ਰਾਵਰ ਕੀ ਆਇਸ ਭਈ। ਹੁਣ ਆਪ ਜੀ ਨੇ ਹੁਕਮ ਦੇਤਾ ਮਹਾਰਾਜ, ਬਸ ਤੁਹਾਡੇ ਹੁਕਮ ਦੀ ਦੇਰੀ ਸੀ। ਤੁਹਾਡੇ ਤੋਂ ਡਰਦਾ ਸੀ ਮੈਂ ਕਿਤੇ ਸਤਿਗੁਰੂ ਨਾ ਕਰ ਦੇਣ। ਹੁਣ ਆਪ ਜੀ ਨੇ ਹਾਂ ਕਰਤੀ ਹੈ, ਬਸ ਪਾਤਸ਼ਾਹ ਹੁਣ ਤੰਬੂ ਵੇਖੋਗੇ, ਦੁਨੀਆ ਵੀ ਆਸ਼ਾ ਸ਼ਿਕਾਰ ਉੱਠੇਗੀ। ਮਹਾਰਾਜ ਇਹੋ ਜਿਹਾ ਤੰਬੂ ਬਣਾਵਾਂਗਾ। ਸਹਿਤ ਕਨਾਤ ਜਥਾ ਪਿਖ ਲਈ। ਬਸ ਜਦੋਂ ਕਨਾਤਾਂ ਸਮੇਤ ਤੰਬੂ ਵੇਖੋਗੇ ਮਹਾਰਾਜ,
ਤੁਸੀਂ ਵੀ ਖੁਸ਼ ਹੋ ਕੇ ਮੈਨੂੰ ਬੜੇ ਵਰ ਦਿਓਗੇ। ਤਥਾ ਕਰਾਵੋ ਦੇ ਕਰ ਦਰਬਾਰ। ਜਿਵੇਂ ਮਹਾਰਾਜ ਮੈਂ ਵੇਖਿਆ ਨਾ ਉਦਾਂ ਹੀ ਉਸ ਤੋਂ ਵਧੀਆ ਹੀ ਤੰਬੂ ਬਣਾਵਾਂਗਾ, ਪੈਸਾ ਖੁੱਲਾ ਖਰਚ ਕਰਾਂਗਾ। ਕਹੋ ਕਹਾ ਬਿਖ ਲੀਜੈ ਸਰਬਾ। ਬਸ ਮਹਾਰਾਜ ਕਹਿਣ ਦੀ ਗੱਲ ਨਹੀਂ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਜਦੋਂ ਆਪ ਜੀ ਵੇਖ ਲਓਗੇ ਉਦੋਂ ਪਤਾ ਲੱਗੇਗਾ ਵੀ ਉਹਦੇ ਨਾਲ ਦਾ ਤੰਬੂ ਪੂਰੀ ਦੁਨੀਆ 'ਚ ਨਹੀਂ ਹੋਵੇਗਾ। ਗਮਨਿਓ ਮਨ ਭਾਵਤ ਸੁਨ ਗੁਰ ਤੇ। ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਵਾਲੇ ਪਾਤਸ਼ਾਹ ਜੀ ਦਾ ਹੁਕਮ ਹੋ ਗਿਆ ਤੇ ਉਹ ਜਿਹੜਾ ਕਾਰੀਗਰ ਸੀ ਨਾ, ਉਹ ਮਸੰਦ ਸੀ, ਉਹ ਕਾਬਲ ਨੂੰ ਵਾਪਸ ਪਰਤ ਗਿਆ। ਪਹੁੰਚੋ ਕਾਬਲ ਹਰਖਤ ਉਰਤੇ। ਖੁਸ਼ੀ ਖੁਸ਼ੀ ਕਾਬਲ ਸ਼ਹਿਰ ਜਾ ਪਹੁੰਚਿਆ। ਪਰਾਰੰਭ ਤਦ ਛਿਨ ਕਰਵਾਵਾ। ਜਾ ਕੇ ਕਾਰੀਗਰਾਂ ਨੂੰ ਕਾਰਖਾਨੇ 'ਚ ਮਿਲਿਆ। ਬੜਾ ਵੱਡਾ ਤੰਬੂਆਂ ਦਾ ਕਾਰਖਾਨਾ ਸੀ ਕਾਬਲ ਦੇ ਵਿੱਚ, ਫੈਕਟਰੀ ਸੀ ਤੰਬੂਆਂ ਦੀ। ਉਹਦੇ ਵਿੱਚ ਰਾਜਿਆਂ ਮਹਾਰਾਜਿਆਂ ਵਾਸਤੇ ਤੰਬੂ ਬਣਦੇ ਸਨ, ਵੱਡੇ ਅਮੀਰ ਲੋਕਾਂ ਦੇ ਤੰਬੂ ਬਣਦੇ ਸਨ। ਉਹਦੇ ਵਿੱਚ ਪਸ਼ਮੀਨੇ ਦੇ, ਰੇਸ਼ਮ ਦੇ ਕੱਪੜੇ, ਮਹਿੰਗੇ ਕੱਪੜੇ ਦਾ ਤੰਬੂ ਬਣਦਾ ਸੀ। ਉੱਥੇ ਪਹੁੰਚ ਗਿਆ। ਚਾਹੀਅਤ ਦਰਬ ਸਰਬ ਪਹੁੰਚਾਵਾ। ਜਿੰਨਾ ਧਨ ਚਾਹੀਦਾ ਸੀ ਉਹਨਾਂ ਕਾਰੀਗਰਾਂ ਨੇ ਪਹਿਲਾਂ ਐਡਵਾਂਸ ਪੇਮੈਂਟ ਮੰਗੀ, ਜਿਹੜੀ ਉਹ ਵੀ ਉਹਨਾਂ ਨੂੰ ਪਹੁੰਚ ਦਿੱਤੀ। ਸਭ ਦੇਸ਼ਨ ਤੇ ਗੁਰ ਕੀ ਕਾਰ। ਤੇ ਫਿਰ ਮਸੰਦ ਨੇ ਕਾਬਲ, ਬਲਖ, ਬੁਖਾਰਾ, ਈਰਾਨ, ਇਰਾਕ ਸਾਰੇ ਸ਼ਹਿਰਾਂ ਦੀ ਸੰਗਤ ਨੂੰ ਮਹਾਰਾਜ ਦੇ ਹੁਕਮਨਾਮੇ ਭੇਜ ਦਿੱਤੇ ਵੀ ਗੁਰੂ ਸਾਹਿਬ ਦਾ ਤੰਬੂ ਬਣ ਰਿਹਾ ਹੈ, ਕੋਈ ਸਿੱਖ ਪਿੱਛੇ ਨਾ ਰਵੇ। ਜਿਹਦੀ ਜਿੰਨੀ ਵੀ ਦਸਵੰਧ ਮਾਇਆ ਪਈ ਹੈ ਉਹ ਭਾਈ ਖਜ਼ਾਨਾ ਗੁਰੂ ਦਾ ਸਮਝ ਕੇ ਕਾਬਲ 'ਚ ਪਹੁੰਚਾ ਦਿਓ। ਤੇ ਅਸੀਂ ਇਹ ਕਾਰੀਗਰਾਂ ਨੂੰ ਕਹਿਣਾ ਵੀ ਤੰਬੂ ਬਣਨਾ ਚਾਹੀਦਾ ਜਿਹਦੇ ਨਾਲ ਦਾ ਕੋਈ ਹੋਵੇ ਨਾ। ਕਾਰੀਗਰ ਨੂੰ ਪੁੱਛਿਆ ਵੀ ਜਿਹੜਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਲਈ ਬਣਿਆ ਉਹਦੇ ਕਿੰਨੇ ਪੈਸੇ ਲੱਗੇ ਨੇ? ਉਹ ਕਹਿੰਦੇ ਜੀ 1.25 ਲੱਖ ਰੁਪਈਆ। ਮਸੰਦ ਕਹਿਣ ਲੱਗਾ ਫਿਰ ਮੈਂ ਦਿਆਂਗਾ 2.5 ਲੱਖ ਰੁਪਈਆ। ਉਹਦੇ ਨਾਲੋਂ ਡਬਲ ਸੋਹਣਾ ਹੋਣਾ ਚਾਹੀਦਾ, ਜਿੰਨਾ ਉਹਦੇ ਤੇ ਸਮਾਨ ਲੱਗਾ ਉਹਦੇ ਨਾਲੋਂ ਡਬਲ ਸਮਾਨ ਲਾਣਾ ਹੈ। ਸੁੰਦਰਤਾ ਦੀ ਕੋਈ ਹੱਦ ਹੋਵੇ, ਇਹੋ ਜਿਹਾ ਤੰਬੂ ਤਿਆਰ ਕਰ ਦਿਓ। ਲੈ ਦਈ ਕਰਨ ਕੋ ਤਿਆਰ। ਕਹਿੰਦੇ ਸਤਿਗੁਰਾਂ ਦੇ ਵਾਸਤੇ ਸੰਗਤਾਂ ਨੇ ਦਿਲ ਖੋਲ ਕੇ ਮਾਇਆ ਦਿੱਤੀ। ਕਿਸੇ ਕੋਲ ਸਾਲ ਦਾ ਦਸਵੰਧ ਪਿਆ ਸੀ, ਕਿਸੇ ਕੋਲ 6 ਮਹੀਨੇ ਦਾ ਦਸਵੰਧ ਪਿਆ ਸੀ, ਕਈਆਂ ਨੇ ਆਪਣੇ ਦਸਵੰਧ ਤੋਂ ਵੱਧ ਕੇ ਮਾਇਆ ਦੇਤੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਲਈ ਤੰਬੂ ਬਣਨਾ ਸ਼ੁਰੂ ਹੋ ਗਿਆ। ਬਾਰ ਬਾਰ ਕਹਿ ਕਰੀ ਤਗੀਦ। ਤੇ ਬਾਰ ਬਾਰ ਉਹ ਤੰਬੂ ਬਣਾਉਣ ਵਾਲਿਆਂ ਨੂੰ ਮਸੰਦ ਜਾ ਕੇ ਕਹਿੰਦਾ ਏਦਾਂ ਬਣਾਓ, ਇਸ ਤਰ੍ਹਾਂ ਦਾ ਬਣਾਓ। ਬਾਰ ਬਾਰ ਉਹ ਜਾ ਕੇ ਕਾਰਖਾਨੇ 'ਚ ਦੂਜੇ ਤੀਜੇ ਦਿਨ ਬਹਿ ਜਾਂਦਾ, ਉਹਨਾਂ ਨੂੰ ਦੱਸਦਾ ਹੀ ਰਹਿੰਦਾ ਇਹ ਚੀਜ਼ ਨਹੀਂ ਲਾਣੀ, ਆਹ ਲਾਣੀ ਹੈ, ਆਹ ਕੱਪੜਾ ਨਹੀਂ ਲਾਣਾ, ਆਹ ਕੱਪੜਾ ਲਾਣਾ, ਆਹ ਮੋਤੀ ਨਹੀਂ ਲਾਣੇ, ਆਹ ਮੋਤੀ ਲਾਣੇ। ਉਹ ਨਿੱਕੀ ਤੋਂ ਨਿੱਕੀ ਚੀਜ਼ ਨੂੰ ਆਪ ਦੇਖਦਾ ਹੈ ਤੇ ਕਾਰੀਗਰਾਂ ਦੇ ਕੋਲ ਬਹਿ ਕੇ ਸ੍ਰੀ ਕਲਗੀਧਰ ਪਾਤਸ਼ਾਹ ਲਈ ਤੰਬੂ ਬਣਵਾ ਰਿਹਾ ਹੈ ਕਾਬਲ ਦੇ ਵਿੱਚ। ਜਿਮ ਤਰ ਕੇਸ਼ਰ ਨਿਕਟ ਰਸੀਦ। ਜਿਵੇਂ ਬਾਦਸ਼ਾਹ ਔਰੰਗਜ਼ੇਬ ਕੋਲ ਤੰਬੂ ਪਹੁੰਚਿਆ ਹੈ, ਉਸ ਤੋਂ ਡਬਲ ਮਾਇਆ ਲਾ ਕੇ, ਉਸ ਤੋਂ ਦੁੱਗਣੀ ਮਾਇਆ ਲਾ ਕੇ ਤਿਆਰ ਕਰ ਦਿਓ। ਇਹ ਕਾਰੀਗਰਾਂ ਨੂੰ ਕਹਿੰਦਾ ਰਹਿੰਦਾ ਹੈ। ਦਿਸਤੇ ਆਛੋ ਦਿਓ ਬਣਾਏ। ਕਹਿੰਦੇ ਉਸ ਤੋਂ ਅੱਛਾ ਤੰਬੂ ਬਣਾ ਦਿਓ। ਗੁਰ ਘਰ ਧਨ ਕੀ ਟੋਟ ਨਾ ਕਾਏ। ਤੇ ਕਾਰੀਗਰਾਂ ਨੂੰ ਕਹਿੰਦਾ ਵੀ ਪੈਸੇ ਦੀ ਚਿੰਤਾ ਨਾ ਕਰਿਆ ਜੇ। ਔਰੰਗਜ਼ੇਬ ਦੇ ਭਾਵੇਂ ਕੰਜੂਸੀ ਨਾਲ ਦਵੇ, ਪਰ ਕਲਗੀਧਰ ਕੰਜੂਸੀ ਨਹੀਂ ਕਰਦੇ। ਆਖੋ ਸਤਿਨਾਮ। ਉਹ ਤੇ ਉੱਥੇ ਮਾਇਆ ਦੀ ਕਮੀ ਕੋਈ ਨਹੀਂ, ਭਰੇ ਖਜ਼ਾਨੇ ਨੇ ਸੱਚੇ ਪਾਤਸ਼ਾਹ ਦੇ। ਬਿਮ ਬਨਵਾਵਤ ਭਾਪ ਹੁਕਾਲ। ਏਦਾਂ ਸਾਧ ਸੰਗਤ ਜੀ ਐਡਾ ਵੱਡਾ ਤੰਬੂ ਬਣਨ ਤੇ ਬਹੁਤ ਟਾਈਮ ਲੱਗ ਗਿਆ, ਕਈ ਸਾਲ ਲੱਗ ਗਏ। ਤੰਬੂ ਬੜਾ ਸੋਹਣਾ ਬਣਨਾ ਸੀ। ਇੱਕ ਜਿਹੜੀ ਵਧੀਆ ਚੀਜ਼ ਬਣਾਉਣੀ ਹੋਵੇ ਉਹ ਟਾਈਮ ਵੀ ਲੈਂਦੀ ਹੈ, ਪੈਸਾ ਵੀ ਲੱਗਦਾ ਹੈ, ਮਿਹਨਤ ਵੀ ਲੱਗਦੀ ਹੈ। ਕਾਫੀ ਸਮਾਂ, ਕਈ ਲਗਭਗ 1.25 ਸਾਲ 1.5 ਸਾਲ ਵਿੱਚ ਤੰਬੂ ਤਿਆਰ ਹੋਇਆ। ਅਤ ਸੁੰਦਰ ਸਭ ਕਰਿਓ ਵਿਸਾਲ। ਕਾਰੀਗਰਾਂ ਨੇ ਕਸਰ ਕੋਈ ਨਹੀਂ ਛੱਡੀ, ਪੈਸਾ ਚਾਹੀਦਾ ਸੀ ਉਹਨਾਂ ਨੂੰ ਤਾਂ। ਸੰਗਤ ਨੇ ਪੈਸੇ ਦੀ ਕਮੀ ਨਹੀਂ ਛੱਡੀ। ਸਿੱਖਾਂ ਨੇ ਆਪਣੇ ਗੁਰੂ ਤੋਂ ਸਭ ਕੁਝ ਵਾਰ ਸੁੱਟਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੇ ਪਿਆਰਿਆਂ ਨੂੰ ਤਾਂ ਹੀ ਤਾਂ ਕਲਗੀਧਰ ਕਹਿੰਦੇ ਨਾ। ਜਦੋਂ CID ਵਾਲੇ ਪੁੱਛਣ ਆਏ ਨਾ ਇੱਕ ਵਾਰੀ ਕਿ ਮਹਾਰਾਜ ਆ ਤੁਸੀਂ ਕਿਲੇ ਕੁਲੇ ਬਣਾਏ ਨੇ, ਤੁਸੀਂ ਤਾਂ ਸਾਧੂ ਹੋ, ਇੰਨਾ ਪੈਸਾ ਕਿੱਥੋਂ ਆਉਂਦਾ? ਫੌਜਾਂ ਨੂੰ ਕਿੱਥੋਂ ਖਰਚਾ ਦਿੰਦੇ ਹੋ? ਘੋੜੇ ਕਿੱਥੋਂ ਖਰੀਦਦੇ ਹੋ?
ਇੰਨੇ ਮਹਿੰਗੇ ਸ਼ਸਤਰ ਤੋਪਖਾਨੇ ਕਿੱਥੋਂ ਬਣਾ ਲਏ ਨੇ? ਤੁਹਾਡੇ ਕੋਲ ਕਿਹੜਾ ਕੋਈ ਰਾਜ ਭਾਗ ਹੈ? ਤੁਹਾਡੇ ਕੋਲ ਕਿਹੜਾ ਜ਼ਮੀਨ ਜਾਇਦਾਦ ਹੈ? ਕਿੱਥੋਂ ਬਣਦਾ? ਸਾਧ ਫਕੀਰ ਕੋਲ ਇੰਨਾ ਪੈਸਾ ਕਿੱਥੋਂ, ਇੰਨੀ ਪ੍ਰਾਪਰਟੀ ਕਿੱਥੋਂ? ਤੇ ਕਲਗੀਧਰ ਕਹਿੰਦੇ ਪੰਥ ਖਾਲਸਾ ਖੇਤੀ ਮੇਰੀ, 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 ਪੰਥ ਖਾਲਸਾ ਖੇਤੀ ਮੇਰੀ। ਕਰੋ ਸੰਭਾਲ ਸਦਾ ਇਨ ਕੇਰੀ, ਸਦਾ ਕਰੋ ਸੰਭਾਲ ਸਦਾ ਇਨ ਕੇਰੀ, ਕਰੋ ਸੰਭਾਲ ਸਦਾ ਇਨ ਕੇਰੀ, ਕਰੋ ਸੰਭਾਲ ਸਦਾ ਇਨ ਕੇਰੀ। ਜਿਵੇਂ ਕਿਸਾਨ ਆਪਣੀ ਜ਼ਮੀਨ ਚੋਂ ਸਭ ਕੁਝ ਕੱਢ ਲੈਂਦਾ ਤੇ ਆਪਣੀ ਜ਼ਮੀਨ ਨੂੰ ਪਾਲਦਾ ਵੀ ਹੈ ਨਾ। ਕਿਸਾਨ ਆਪਣੀ ਜ਼ਮੀਨ ਨੂੰ ਸਾਂਭਦਾ ਤੇ ਉਹਦੇ ਵਿੱਚੋਂ ਬੜਾ ਕੁਝ ਕੱਢ ਲੈਂਦਾ। ਮੈਂ ਆਪਣੇ ਖਾਲਸੇ ਵਿੱਚੋਂ ਹੀ ਸਭ ਕੁਝ ਲੈ ਲੈਂਦਾ। ਇਹ ਮੇਰੀ ਖੇਤੀ ਹੈ, ਇਹ ਮੇਰਾ ਦੇਸ਼ ਹੈ, ਇਹੀ ਮੇਰਾ ਵਤਨ ਹੈ, ਇਹੀ ਮੇਰਾ ਖਾਲਸਾ ਮੇਰੀ ਜਾਨ की जान, खालसा मेरो पिंड प्राण, खालसा हमारी सौज, खालसा हमारी मौज, खालसा हमारी फौज जीत की निशानी है, खालसा हमारी जान, खालसा हमारी आन, खालसा हमारी खान भोग भोग दानी है, खालसा हमारी चाल, खालसा हमारी ढाल, खालसा हमारी ढाल मोद की निशानी है, खालसा हमारी आन, खालसा हमारी जान। श्री गुरु गोबिंद सिंह बाणी है बखानी है। धन गुरु गोबिंद सिंह साहब कहते मेरा अपना खालसा सब कुछ कर सकता है। तो उसे खालसे ते अपना परिवार भी वारिया। फिर साध संगत जी एवें खालसे नाल सांझ नहीं, गुरु खालसा, खालसा गुरु, ऐनी वड्डी सांझ है। सिखा ने कसर नहीं छड्डी। ਲੱਖਾਂ रुपया गुरु तो कुर्बान करने वाले सिख, हज़ारां रुपया, किसी ने 500, किसी ने 1000, किसी ने 10,000 दसवंध ਵੱਡੇ ਵੱਡੇ सेठ शाहूकार बैठे सी काबल दे विच कढ के गुरु दे वास्ते भेज दिता। दिनां विच 2.5 लाख रुपया इकट्ठा हो गया। तंबू की लागत कारीगरां नूं दित्ती गई। आछी रीत सकल बनवायो, बड़े प्यार नाल बड़े ध्यान नाल तंबू बनाया। हर चीज़ के उत्ते ध्यान दिता गया। निक्की तो निक्की भी चीज़, माड़ा जा किल भी लाया ना तो वह भी एवें बेढब्बा नहीं लाया। हर चीज़ के उत्ते सिखां ने पूरी ध्यान दे तनदेही नाल काम करवाया कारीगरां कोलों। चाहियत जेतक दरब लगायो, कहते जिन्ना पैसा लगदा सी वो लाया सिखां ने। 1.25 लाख एक सम्मत केरा। कहते वो जिहड़े कारीगर सी एक साल दी जिहड़ी मेहनत सी ना वो 1.25 लाख लैंदे सी। उन्हां दे बंदे बड़े सीगे, जिवें कारीगरां दा कारखाना सी, वो जो सैकड़े बंदे नौकरी करते सी, तनखावां लैंदे सी, वो सारे काम करते सी, उन्हां नूं तनखावां देणियां पैंदियां सी। वो जिहड़ा उन्हां दा वड्डा कारखाने का मालक सी, उन्हें कहा सिख नूं भी साडा पूरा 1 साल का खर्चा तनखावां दा मेहनत मजदूरी का 1.25 लाख लगता है। लेत बटोरन धन कर फेरा। कहते वो माया इकट्ठी करके सिखां ने दे दी। द्वै सम्मत की जो गुर कार। कहते 2 साल की गुरु की कार भेटा सी, 2.5 लाख रुपया बन गया। साल का 1.25 लाख सी ते 2 साल का 2.5 लाख बन गया। हाँ जी, ਉਹਦੇ 2.5 लाख विचार। 2 सालों का दसवंध इकट्ठा 2.5 लाख हो गया। सो सब डेरे पर लगवायो हो। वो 2.5 लाख रुपया सतगुरां दे तंबू ते लवा दिता। बहुत चातुरता सहत बनवायो। बड़ी सियाणप नाल बड़ी हुशियारी नाल तंबू बनिया। सो उचवाए आनंदपुर आना। ते वो साध संगत जी गड्डियां रेहड़ियां ते उदों ट्रक ते हुंदे नहीं सी, उदों गड्डे रेहड़े हुंदे सी। गड्डियां दे लद के श्री आनंदपुर साहब लिआंदा। इतिहासकारां ने लिखिया भी 100 तो उत्ते गड्डा सी, 100 गड्डा, 100 तो उत्ते गड्डियां सन, रेहड़े सन जिन्हां उत्ते वो तंबू लद्दिया गया सी। उहदे जिहड़े वखरे वखरे पार्ट सन ना, वो कोई किते उन्हां दीयां कनातां, किसे ते उहदीयां चोबां, किसे ते उहदा होर कलश 100 गड्डियां ते लद के, 1-2 गड्ढे ते नहीं लद्दिया गया।
ਐਡਾ ਵੱਡਾ ਤੰਬੂ ਸੀ। 100 ਗੱਡਿਆਂ ਤੇ ਲੱਦਿਆ ਕਾਬਲ ਤੋਂ ਚੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ। ਬਹੁ ਨਰ ਸੰਗ ਸੰਭਾਰਨ ਠਾਨਾ, ਤੇ ਸੈਂਕੜੇ ਬੰਦੇ ਉਹਨਾਂ ਗੱਡਿਆਂ ਨੂੰ ਸੰਭਾਲ ਕੇ ਲਿਆਏ ਨਾਲ, ਵੀ ਰਸਤੇ 'ਚ ਕੋਈ ਲੁੱਟ ਨਾ ਲਵੇ, ਕੋਈ ਨੁਕਸਾਨ ਨਾ ਹੋ ਜਾਏ, ਕੋਈ ਚੋਰੀ ਨਾ ਹੋ ਜਾਏ। ਸੈਂਕੜੇ ਦਾ ਸ਼ਸਤਰਧਾਰੀ ਸਿੱਖ ਵੀ ਨਾਲ ਆਏ। ਮਿਲਿਓ ਆਨ ਸਤਿਗੁਰ ਪਗ ਪਰਿਓ, ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਵਾਸਤੇ ਆਲੀਸ਼ਾਨ ਸੁੰਦਰ ਤੰਬੂ ਲੈ ਕੇ ਕਾਬਲ ਦਾ ਮਸੰਦ ਪਹੁੰਚਿਆ। ਆ ਕੇ ਕਲਗੀਧਰ ਦੇ ਚਰਨਾਂ 'ਚ ਲੰਮਾ ਪੈ ਗਿਆ। ਤੇਰਾ ਤਿਆਰ ਨਿਵੇਦਨ ਕਰਿਓ, ਤੇ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਵਾਜ਼, ਆਪ ਜੀ ਦੀ ਕਿਰਪਾ ਨਾਲ ਤੰਬੂ ਤਿਆਰ ਹੋ ਗਿਆ ਤੇ ਪਹੁੰਚ ਗਿਆ ਸ੍ਰੀ ਅਨੰਦਪੁਰ ਸਾਹਿਬ। ਆਪ ਜੀ ਦਰਸ਼ਨ ਕਰ ਲਓ। ਪੁਨ ਪ੍ਰਭ ਸ੍ਰੀ ਮੁਖ ਹੁਕਮ ਬਖਾਨਾ, ਜਦੋਂ ਸਿੱਖ ਦੀ ਅਰਦਾਸ ਸੁਣੀ, ਦਸਮ ਪਾਤਸ਼ਾਹ ਨੇ ਹੁਕਮ ਦਿੱਤਾ। ਤਹ ਲਗਾਏ ਸੋ ਡੋਰਨ ਤਾਨਾ, ਮਹਾਰਾਜ ਕਹਿਣ ਲੱਗੇ ਪਹਾੜ ਦੀ ਉੱਚੀ ਚੋਟੀ ਤੇ ਅੱਜ ਕੱਲ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਇੱਥੇ ਖੁੱਲਾ ਉੱਚਾ ਪਹਾੜ ਦੇ ਉੱਤੇ ਮੈਦਾਨ ਹੈ। ਮਹਾਰਾਜ ਕਹਿੰਦੇ ਉੱਥੇ ਦੂਰ ਦੂਰ ਤੱਕ ਸਫਾਈ ਕਰਕੇ ਉਹ ਤੰਬੂ ਲਵਾ ਦਿਓ। ਤਬ ਹੈ ਰਹਿਣਗੇ ਜਿਵੇਂ ਇਹ ਭਇਓ, ਮਹਾਰਾਜ ਕਹਿੰਦੇ ਫਿਰ ਵੇਖਾਂਗੇ ਵੀ ਤੰਬੂ ਕਿੱਦਾਂ ਦਾ ਹੈ। ਪਹਿਲਾਂ ਲਵਾ ਕੇ ਸਾਨੂੰ ਉਹਦਾ ਪੂਰਾ ਉਹਦੀ ਸੈਟਿੰਗ ਕਰਕੇ ਉਹ ਦਿਖਾਓ। ਜਦੋਂ ਵੇਖਾਂਗੇ ਪਤਾ ਲੱਗੇਗਾ ਵੀ ਕਿੱਦਾਂ ਦਾ ਤੰਬੂ ਬਣਿਆ ਹੈ। ਚਿਰੰਕਾਲ ਮੈਂ ਲਿਆਵਨ ਕੀਓ, ਕਿਉਂਕਿ 2-2.5 ਸਾਲ ਹੋ ਗਏ ਤੈਨੂੰ ਲੱਗਿਆ ਨੂੰ, ਜਿਹੜੀ ਇੰਨੀ ਮਿਹਨਤ ਕੀਤੀ ਔਰ ਇੰਨਾ ਪੈਸਾ ਲਾਇਆ ਹੈ। ਅਸੀਂ ਦੇਖੀਏ ਵੀ ਤੰਬੂ ਕੈਸਾ ਬਣਿਆ ਹੈ। ਲਗੇ ਫਰਾਸ਼ ਲਗਾਵਨ ਸੋਏ, ਸਾਧ ਸੰਗਤ ਜੀ, ਉਹ ਜਿਹੜੇ ਫਰਾਸ਼ ਤੰਬੂ ਲਾਉਣ ਦਾ ਕੰਮ ਕਰਦੇ ਆ, ਹਰ ਇੱਕ ਨੂੰ ਹਰ ਕੰਮ ਨਹੀਂ ਨਾ ਹੁੰਦਾ। ਹਰ ਇੱਕ ਕੰਮ ਦਾ ਆਪੋ ਆਪਣਾ ਤਜਰਬਾ ਹੁੰਦਾ ਹੈ। ਜਿਹੜੇ ਤੰਬੂ ਲਾਉਂਦੇ ਨੇ, ਟੈਂਟ ਵਗੈਰਾ ਲਾਉਂਦੇ ਨੇ, ਉਹਨਾਂ ਨੂੰ ਤਜਰਬਾ ਹੁੰਦਾ। ਉਹ ਫਰਾਸ਼ ਉਹਨਾਂ ਨੂੰ ਕਹਿੰਦੇ ਨੇ। ਥੱਲੇ ਕਲੀਨ ਵਿਛਾਣੇ, ਫਰਸ਼ ਵਿਛਾਣੇ, ਚਾਨਣੀਆਂ ਲਾਣੀਆਂ, ਤੰਬੂ ਲਾਣੇ, ਉਹਨਾਂ ਤੰਬੂਆਂ ਦੀ ਸਜਾਵਟ ਕਰਨੀ, ਦਰਵਾਜ਼ੇ ਬਣਾਉਣੇ, ਗੇਟ ਬਣਾਉਣੇ, ਫੁੱਲ ਵਗੈਰਾ ਲਾਣੇ। ਤੁਸੀਂ ਜਾਣਦੇ ਹੋ ਵਿਆਹਾਂ ਸ਼ਾਦੀਆਂ ਤੇ ਕੰਮ ਕਰਦੇ, ਉਹਨਾਂ ਦਾ ਤਜਰਬਾ ਹੁੰਦਾ। ਤੇ ਉਹ ਜਿਹੜੇ ਫਰਾਸ਼ ਕਾਬਲ ਤੋਂ ਹੀ ਆਏ ਸੀ ਸਪੈਸ਼ਲ, ਉਹ ਨਾਲ ਆਏ ਸੀ ਲਾਉਣ ਵਾਸਤੇ। ਉਹ ਜਦੋਂ ਆ ਗਏ, ਉਹ ਤੰਬੂ ਲਾਉਣ ਲੱਗ ਪਏ। ਤਨੀ ਕਨਾਤ ਚੁਫੇਰੇ ਜੋਏ, ਸ੍ਰੀ ਕੇਸਗੜ੍ਹ ਸਾਹਿਬ ਵਾਲੀ ਧਰਤੀ ਤੇ ਚਾਰੇ ਪਾਸੇ ਕਨਾਤਾਂ ਲਾਈਆਂ ਗਈਆਂ। ਬੂਟੇ ਨਿਕਸੇ ਬਾਗ ਮਨਿੰਦ, ਉਹ ਕਨਾਤਾਂ ਦੇ ਉੱਤੇ ਦੇਖਿਆ ਵੀ ਬੂਟੇ ਬੇਲਾਂ ਬਣੀਆਂ ਹੋਈਆਂ ਨੇ। ਕਿਤੇ ਸੇਬ ਦਾ ਬੂਟਾ ਤੇ ਉਹਨੂੰ ਸੇਬ ਲੱਗੇ ਨੇ, ਕਿਤੇ ਅਮਰੂਦਾਂ ਦਾ ਦਰਖਤ ਛਾਪਿਆ ਹੋਇਆ ਤੇ ਉਹਨੂੰ ਅਮਰੂਦ ਲੱਗੇ ਨੇ, ਕਿਤੇ ਕੇਲਿਆਂ ਦੇ ਬਾਗ ਲੱਗੇ ਨੇ, ਤੇ ਕਿਤੇ ਸਾਧ ਸੰਗਤ ਜੀ ਨਾਰੀਅਲ ਦੇ ਬੂਟੇ ਨਜ਼ਰ ਆਉਂਦੇ ਨੇ, ਕਿਤੇ ਉੱਥੇ ਬੇਰਾਂ ਦੇ ਬੂਟੇ ਨਜ਼ਰ ਆਉਂਦੇ ਨੇ। ਏਦਾਂ ਲੱਗਦਾ ਵੀ ਤੰਬੂ ਨਹੀਂ ਆ, ਮਾਨੋ ਬਾਗ ਦੀ ਫੋਟੋ ਹੈ। ਆਖੋ ਸ੍ਰੀ ਵਾਹਿਗੁਰੂ, ਜਿਵੇਂ ਬਾਗ ਹੀ ਲੱਗਾ ਹੋਇਆ। ਹਾਂਜੀ, ਬਾਲ ਫੂਲਨ ਦਲ ਕਿਤ ਅਰਬਿੰਦ, ਕਹਿੰਦੇ ਕਿਤੇ ਕਮਲ ਦਾ ਫੁੱਲ ਖਿੜਿਆ ਹੋਇਆ ਦਿਖਾਇਆ ਗਿਆ ਹੈ, ਕਿਤੇ ਫਲਾਂ ਨਾਲ ਲੱਦੇ ਹੋਏ ਬੂਟੇ ਦਿਖਾਏ ਗਏ ਹਨ। ਪੁਨ ਤੰਬੂ ਤਾਨਿਓ ਤਿਸ ਮਾਹੀ, ਤੇ ਫਿਰ ਤੰਬੂ ਤਾਣ ਦਿੱਤਾ। ਉੱਪਰਲੀ ਕਨਾਤਾਂ ਤੋਂ ਲਾ ਉੱਪਰ ਵਾਲੀ ਚਾਨਣੀ ਲਾਈ ਹੈ। ਕੰਚਨ ਕਲਸ ਤੁੰਗ ਜੁਗ ਜਾਹੀ, ਉਹਦੇ ਉੱਪਰ ਜਿੱਥੇ 10ਵੇਂ ਪਾਤਸ਼ਾਹ ਨੇ ਬੈਠਣਾ, ਉੱਤੇ ਗੋਲ ਗੁੰਬਜ ਬਣਾਇਆ ਗਿਆ, ਸੋਨੇ ਦਾ ਕਲਸ਼ ਲਾਇਆ ਹੋਇਆ ਹੈ। ਪਸ਼ਮੰਬਰ ਬਹੁ ਬਰਨ ਬਰਨ ਕੇ, ਪਸ਼ਮੀਨੇ ਦੇ ਰੰਗ ਰੰਗ ਦੇ ਕੱਪੜੇ, ਕਿਤੇ ਹਰੇ ਨੇ, ਕਿਤੇ ਨੀਲੇ ਨੇ, ਕਿਤੇ ਲਾਲ ਨੇ, ਕਿਤੇ ਪੀਲੇ ਨੇ। ਦੀਪ ਹੈ ਦੂਰ ਆਕਾਰ ਤਰਨ ਕੇ, ਆਹ ਕਹਿੰਦੇ ਦਰਖਤਾਂ ਦੇ ਉੱਤੇ ਫੋਟੋਆਂ ਛਪੀਆਂ ਦੂਰੋਂ ਦਿਸਦੀਆਂ ਨੇ। ਚਾਰ ਚਕੋਨ ਕਲਸ਼ ਲਘੂ ਚਾਰ, ਤੇ ਛੋਟੇ 4 ਕਲਸ਼ ਹੋਰ ਨੇ। ਜਿੱਥੇ ਸਤਿਗੁਰੂ ਜੀ ਬੈਠਦੇ ਉੱਤੇ ਵੱਡਾ ਗੁੰਬਜ ਹੈ, ਤੇ ਕੋਨਿਆਂ ਵਿੱਚ 4 ਹੋਰ ਕਲਸ਼ ਲਾਏ ਨੇ ਸੋਨੇ ਦੇ। ਦਿਪਤ ਮਹਾਦੁਤ ਗਨ ਗੁਲਜ਼ਾਰ, ਬੜੇ ਫੁੱਲਾਂ ਦੀ ਗੁਲਜ਼ਾਰ ਨਜ਼ਰ ਆਉਂਦੀ ਹੈ। ਤੰਬੂ ਹੈ ਕਿ ਮਹਿਲ ਬਣਿਆ ਕਿਸੇ ਮਹਾਰਾਜੇ ਦਾ, ਕੋਈ ਪਛਾਣ ਨਹੀਂ ਸਕਦਾ। ਬਹਿਰ ਜ਼ਰੀ ਝਾਲਰ ਚਲਕੰਤੀ, ਜਰੀ ਦੀਆਂ ਝਾਲਰਾਂ ਝਲਕਦੀਆਂ ਨੇ, ਦੂਰੋਂ ਚਮਕਾਂ ਪੈਂਦੀਆਂ ਜਿਵੇਂ ਸੋਨੇ ਦੀਆਂ ਕੰਧਾਂ ਬਣੀਆਂ ਹੋਣ, ਇਉਂ ਲੱਗਦਾ ਹੈ। ਅੰਤਰ ਮੁਕਤਾ ਲਰੀ ਚੁਲੰਤੀ, ਤੇ ਅੰਦਰ ਮੋਤੀਆਂ ਦੀਆਂ ਲੜੀਆਂ ਝੜਕਦੀਆਂ ਨੇ, ਲਮਕੀਆਂ ਹੋਈਆਂ ਨੇ। ਚਾਂਦੀ ਸਹਿਤ ਸੋ ਚਾਮੀ ਕਰ ਕੀ, ਚਾਮੀ ਗੱਲ ਸੋਨੇ ਨੂੰ ਕਹਿੰਦੇ ਨੇ, ਸੋਨੇ ਦੀਆਂ ਤੇ ਚਾਂਦੀ ਦੀਆਂ। ਚੋਬ ਖਰੀ ਜੁਗ ਘਾੜਤ ਬਰ ਕੀ,
ਬੜੀਆਂ ਸੋਹਣੀਆਂ ਚੋਭਾਂ ਜਿਹਦੇ ਨਾਲ ਤੰਬੂ ਨੂੰ ਉੱਪਰ ਚੱਕਿਆ ਹੁੰਦਾ, ਸਪੋਰਟਾਂ ਲਾਈਆਂ ਹੁੰਦੀਆਂ ਨੇ, ਉਹ ਬਾਂਸ ਦੀਆਂ ਲੱਗੀਆਂ ਅੱਜ ਕੱਲ੍ਹ ਤਾਂ, ਪਰ ਉਸ ਵੇਲੇ ਸੋਨੇ ਦੀਆਂ ਤੇ ਚਾਂਦੀ ਦੀਆਂ ਚੋਭਾਂ ਲਾਈਆਂ ਹੋਈਆਂ ਨੇ ਉਸ ਤੰਬੂ ਦੇ ਵਿੱਚ। ਚਾਰੂ ਚਾਨਣੀ ਚਮਕ ਚੁਕੋਨੀ, ਤੇ ਚਾਨਣੀ ਸਤਿਗੁਰਾਂ ਦੇ ਉੱਤੇ ਜਿਹੜੀ ਆ ਉਹ 4 ਕੋਨਿਆਂ ਵਾਲੀ ਬਹੁਤ ਮਹਿੰਗੀ ਹੈ, ਬਹੁਤ ਕੀਮਤੀ ਹੈ। ਤਨੀ ਤਾਨ ਕਰ ਦੀਪ ਤਲੋਨੀ, ਕਹਿੰਦੇ ਮਨ ਨੂੰ ਮੋਹਦੀ ਹੈ ਉਹ ਚਾਨਣੀ ਜਿਹਦੇ ਥੱਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਬੈਠਣਾ ਹੈ। ਧਨ ਲਾਗਿਓ ਜੇ ਲੱਖ 28, ਉਹਦੇ ਉੱਤੇ 2.5 ਲੱਖ ਰੁਪਈਆ ਲੱਗਾ, ਜਿਹੜਾ ਔਰੰਗਜ਼ੇਬ ਵਾਸਤੇ ਬਣਿਆ ਸੀ ਉਹਦੇ ਤੇ 1.25 ਲੱਖ ਲੱਗਾ ਸੀ, ਜਿਹੜਾ ਕਲਗੀਧਰ ਪਾਤਸ਼ਾਹ ਲਈ ਬਣਿਆ ਤੰਬੂ ਉਸ ਤੋਂ ਡਬਲ ਪੈਸਾ ਸਿੱਖਾਂ ਨੇ ਲਾਇਆ ਹੈ। ਅਸ ਡੇਰੇ ਕੋ ਹੇਰ ਗੁਸਾਈ, ਜਦੋਂ ਤੰਬੂ ਲੱਗ ਗਿਆ ਹੈ ਕੇਸਗੜ੍ਹ ਵਾਲੀ ਪਹਾੜੀ ਤੇ, ਕਲਗੀਆਂ ਵਾਲੇ ਪਾਤਸ਼ਾਹ ਘੋੜੇ ਤੇ ਬਹਿ ਕੇ ਆਪਣੇ ਮਹਿਲਾਂ ਤੋਂ ਉੱਥੇ ਆਏ ਨੇ ਤੇ ਆਪ ਉਸ ਤੰਬੂ ਨੂੰ ਵੇਖਿਆ ਹੈ। ਭਏ ਪ੍ਰਸੰਨ ਜਬੈ ਵਿੱਚ ਬਰੇ, ਜਦੋਂ ਤੰਬੂ ਦੇ ਵਿੱਚ ਵੜੇ ਨੇ, ਤੰਬੂ ਨੂੰ ਵੇਖਿਆ, ਉਹਦੀ ਸੁੰਦਰਤਾ ਵੇਖੀ ਹੈ, ਉਹਦੀਆਂ ਕਨਾਤਾਂ ਵੇਖੀਆਂ ਨੇ, ਉਹਦੀਆਂ ਚਾਨਣੀਆਂ ਵੇਖੀਆਂ ਨੇ, ਉਹਦੀਆਂ ਚੋਭਾਂ ਵੇਖੀਆਂ ਨੇ, ਉਹਦੀ ਬਨਾਵਟ ਵੇਖੀ ਹੈ, ਬੜੇ ਖੁਸ਼ ਹੋ ਗਏ ਹਨ, ਪ੍ਰਸੰਨ ਹੋ ਗਏ ਸੱਚੇ ਪਾਤਸ਼ਾਹ ਜੀ ਮਹਾਰਾਜ। ਮਾਤੁਲ ਅਦਕ ਸਰਾਹਨ ਕਰੇ, ਕੋਲ ਮਾਮਾ ਕਿਰਪਾਲ ਚੰਦ ਖੜਾ ਹੈ, ਉਹ ਵੀ ਵਾਹ ਵਾਹ ਕਰ ਉੱਠਿਆ ਹੈ। ਸਰਪ ਸਰੋਮਣ ਤੁਮ ਜਿਵ ਅਹੋ, ਮਾਮਾ ਕਿਰਪਾਲ ਚੰਦ ਕੀ ਕਹਿੰਦਾ ਸਤਿਗੁਰਾਂ ਨੂੰ? ਕਹਿੰਦਾ ਸੱਚੇ ਪਾਤਸ਼ਾਹ ਜੀ ਜਿਵੇਂ ਤੁਸੀਂ ਸਾਰੀ ਦੁਨੀਆ ਤੋਂ ਸਰੋਮਣੀ ਹੋ, ਇਹਦੇ ਸੰਸਾਰ ਦੇ ਵਿੱਚ ਇਸ ਪੂਰੀ ਧਰਤੀ ਉੱਤੇ ਤੁਹਾਡੇ ਵਰਗਾ ਕੋਈ ਨਹੀਂ ਹੈ। ਤਿਨ ਇਹ ਜਗ ਤੇ ਉੱਤਮ ਲਹੋ, ਤੇ ਇਵੇਂ ਮਹਾਰਾਜ ਦੁਨੀਆ ਦੇ ਤੰਬੂਆਂ ਤੋਂ ਇਹ ਤੰਬੂ ਵੀ ਵੱਖਰਾ ਹੈ। ਆਖੋ ਸਤਿਨਾਮ। ਜਿਵੇਂ ਤੁਸੀਂ ਸੋਹਣੇ ਹੋ, ਤੁਹਾਡਾ ਤੰਬੂ ਵੀ ਦੁਨੀਆ ਤੋਂ ਸੋਹਣਾ ਹੈ। ਸੁਨਿਓ ਦਿਲੇਸ਼ਰ ਟਿਕ ਅਸ ਗਇਓ, ਮਾਮਾ ਕਿਰਪਾਲ ਚੰਦ ਫਿਰ ਗੱਲ ਕਰਦਾ, ਕਹਿੰਦਾ ਸੁਣਿਆ ਔਰੰਗੇ ਕੋਲ ਵੀ ਏਦਾਂ ਦਾ ਤੰਬੂ ਬਣ ਕੇ ਗਿਆ ਹੈ, ਇਸਕੇ ਸਾਮ ਸੋ ਬਨਤ ਨਾ ਭਇਓ। ਪਰ ਹੁਣ ਪਤਾ ਲੱਗਾ ਵੀ ਉਹਦੇ ਤੇ 1.25 ਲੱਖ ਲਾਇਆ, ਇਹਦੇ ਤੇ 2.5 ਲੱਖ ਲੱਗਾ, ਉਹ ਇਹਦੇ ਅੱਧ ਵਿੱਚ ਵੀ ਨਹੀਂ ਪਹੁੰਚਦਾ। ਇਹ ਇੰਨਾ ਸੋਹਣਾ ਬਣਿਆ ਗੁਰੂ ਜੀ। ਅਪਰ ਕੋ ਬਿਨਾ ਆਪ ਕੇ ਸਖਤ ਨਾ ਕਾਏ, ਇਹ ਸਤਿਗੁਰੂ ਜੀ ਆਪ ਜੀ ਤੋਂ ਬਿਨਾ ਹੋਰ ਕਿਸੇ ਵਿੱਚ ਇਹ ਸ਼ਕਤੀ ਨਹੀਂ ਹੈ। ਇਹ ਕਲਾ ਪੈਸਾ ਤਾਂ ਬੜਿਆ ਕੋਲ ਹੁੰਦਾ, ਪਰ ਉਹ ਪੈਸੇ ਦੀ ਚਮਕ ਉੱਥੇ ਆਉਂਦੀ ਜਿੱਥੇ ਕਿਰਪਾ ਹੋਵੇ। ਆਖੋ ਸਤਿਨਾਮ। ਕਈ ਬੰਦੇ ਪੈਸਾ ਲਾ ਕੇ ਵੀ ਉਹ ਗੱਲ ਨਹੀਂ ਬਣਾ ਸਕਦੇ, ਕਿਉਂ? ਉਹ ਕਲਾ ਅੰਦਰ ਜਿਹੜੀ ਜੋਤ ਦੀ ਕਲਾ, ਮਹਾਰਾਜ ਤੁਹਾਡੀ ਸ਼ਕਤੀ ਹੈ, ਤੁਹਾਡੀ ਸਮਰੱਥਾ ਹੈ ਕਿ ਆਹ ਦੁਨੀਆ ਤੋਂ ਸੋਹਣਾ ਸੁੰਦਰ ਤੰਬੂ ਬਣਿਆ ਹੈ। ਪੂਰੇ ਵਿਸ਼ਵ ਦੇ ਵਿੱਚ, ਪੂਰੇ ਵਰਲਡ ਵਿੱਚ ਕਿਸੇ ਬਾਦਸ਼ਾਹ ਦੇ ਕੋਲ ਇਦਾਂ ਦਾ ਤੰਬੂ ਹੀ ਨਹੀਂ ਹੈ। ਪਿਛਲੇ ਪਹਿਰ ਫਰਸ਼ ਕਰਵਾਇਓ, ਜਦੋਂ ਦੁਪਹਿਰਾ ਢਲ ਗਿਆ, ਦੁਪਹਿਰ ਦਾ ਢਲਣ ਤੋਂ ਬਾਅਦ ਤੀਜਾ ਚੌਥਾ ਪਹਿਰ ਆਇਆ ਸ਼ਾਮ ਦਾ, ਜਿਹਨੂੰ ਪਿਛਲਾ ਪਹਿਰ ਕਹਿੰਦੇ ਨੇ, ਏਦਾਂ ਕਲੀਨ ਫਰਸ਼ ਚਾਦਰਾਂ ਗਲੀਚੇ ਵਿਛ ਗਏ। ਤੰਬੂ ਕੇ ਸੰਗ ਲੈ ਜੋ ਆਇਓ, ਜਿਹੜੇ ਉਹ ਤੰਬੂ ਦੇ ਨਾਲ ਹੀ ਆਏ ਸਨ, ਜਿਹੜੇ ਗਲੀਚੇ ਸਨ ਉਹ ਵੀ ਉਹਦੇ ਨਾਲ ਦੇ ਹੀ ਸਨ। ਉਹ ਤੰਬੂ ਵੀ ਵਾਲੇ ਹੀ ਬਣਾਏ, ਹਰ ਚੀਜ਼ ਉਹਨਾਂ ਦੀ ਸੀ। ਇੱਥੋਂ ਤੱਕ ਵੀ ਮਹਾਰਾਜ ਦੇ ਬੈਠਣ ਵਾਲਾ ਤਖਤ ਵੀ ਉਹ ਤਿਆਰ ਕਰਕੇ ਲਿਆਏ ਸਨ ਵੀ ਸਤਿਗੁਰੂ ਇੱਥੇ ਬੈਠਣਗੇ, ਪੂਰੀ ਸੈਟਿੰਗ ਕੀਤੀ ਹੋਈ ਸੀ। ਉਹਨਾਂ ਨੇ ਸਾਰਾ ਕੁਝ ਜਦੋਂ ਸੈੱਟ ਕਰ ਦਿੱਤਾ, ਲਾ ਦਿੱਤਾ, ਆਨ ਦੀਵਾਨ ਲਗਿਓ ਦਰਬਾਰ, ਹਜ਼ੂਰ ਦਾ ਦਰਬਾਰ ਸਜਿਆ। ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਹਿਲੀ ਵਾਰ ਆਪਣੇ ਬੇਸ਼ਕੀਮਤੀ ਤੰਬੂ 'ਚ ਬੈਠੇ ਨੇ। ਬੈਠੇ ਸ਼ੋਭਤ ਗੁਰੂ ਉਦਾਰ, ਮੇਰੇ ਦਾਨੀ ਸਤਿਗੁਰੂ, ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਪਾਤਸ਼ਾਹ, ਐਡਾ ਵੱਡਾ ਦਾਨ ਦੇਣ ਵਾਲੇ ਦਾਨੀ ਸਤਿਗੁਰੂ ਬੈਠ ਗਏ। ਸਿੱਖ ਸੰਗਤ ਯਾਰ ਬ੍ਰਿੰਦ ਮਸੰਦ, ਸਿੱਖ ਸੰਗਤਾਂ ਤੇ ਮਸੰਦ ਸਭ ਬੈਠ ਗਏ। ਗਾਏ ਰਬਾਬੀ ਸ਼ਬਦ ਆਨੰਦ, ਤੇ ਗੁਰੂ ਦੇ ਕੀਰਤਨੀਆਂ ਨੇ ਕੀਰਤਨ ਸ਼ੁਰੂ ਕਰ ਦਿੱਤਾ। ਰਬਾਬੀ ਬੜੇ ਰੀਝ ਕੇ ਰਾਗਾਂ ਵਿੱਚ ਬਾਣੀ ਗਾਉਂਦੇ ਨੇ, ਉੱਚੀ ਸੁਰ 'ਚ ਕੀਰਤਨ ਕਰ ਰਹੇ ਨੇ। ਸਭਨ ਦੇਖਿਓ ਬਨਿਓ ਅਜਾਇਬ, ਜਿੰਨੀਆਂ ਵੀ ਸੰਗਤਾਂ ਆਈਆਂ ਨੇ, ਗੁਰੂ ਦੇ ਪਿਆਰੇ ਆਏ ਨੇ,
ਉਹ ਦੇਖ ਰਹੇ ਨੇ, ਜਿੰਨੇ ਵੀ ਦੇਖ ਰਹੇ ਨੇ ਅੱਖਾਂ ਖੁੱਲੀ ਰਹਿ ਜਾਂਦੀਆਂ। ਕਹਿੰਦੇ ਐਸਾ ਤੰਬੂ, ਵਾਹ 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 ਹੋ ਰਹੀ ਹੈ ਸਾਰੇ ਪਾਸੇ। ਹਰ ਖੈਰ ਦੇ ਉਚਿਤ ਇਹ ਸਾਹਿਬ। ਤੇ ਸਿੱਖ ਖੁਸ਼ ਹੁੰਦੇ ਨੇ, ਕਿਉਂਕਿ ਗੁਰੂ ਕੇ ਸਿੱਖਾਂ ਨੂੰ ਇੱਕੋ ਚੀਜ਼ ਚੰਗੀ ਲੱਗਦੀ ਹੈ। ਸਾਧ ਸੰਗਤ ਜੀ ਦੱਸੋ ਕਿਹੜੀ? ਗੁਰ ਸਿੱਖਾਂ ਕੇ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ, ਬਸ ਹੋਰ ਨਹੀਂ। ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਤਰ ਹਿਰਦੈ ਭਾਈ। ਗੁਰੂ ਕੇ ਸਿੱਖ ਆਪਣੇ ਗੁਰੂ ਦੀ ਸੋਭਾ ਵੇਖ ਵੇਖ ਖੁਸ਼ ਹੁੰਦੇ ਆ, ਜੀਂਦੇ ਆ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਨੀ, ਉਹਨਾਂ ਭਰਾਇਆ ਭਲਾ ਨਾ ਸੁਖਾਈ। ਦੂਜੇ ਪਾਸੇ ਦਾ ਵੀ ਮਹਾਰਾਜ ਨੇ ਜ਼ਿਕਰ ਕਰ ਦਿੱਤਾ। ਗੁਰੂ ਕੇ ਪਿਆਰਿਆਂ ਨੂੰ ਚਾਹ ਚੜ ਗਿਆ, ਅੱਜ ਮੇਰੇ ਪਾਤਸ਼ਾਹ ਦਾ ਤੰਬੂ ਹੈ, ਚਲੋ ਦਰਸ਼ਨ ਕਰੀਏ। ਸੰਧਿਆ ਲਗ ਥਿਰ ਹੋਏ ਹਰ ਖਾਏ। ਰਹਿ ਰਾਸ ਦੇ ਪਾਠ ਤੱਕ ਦੀਵਾਨ ਸਜਿਆ ਰਿਹਾ। ਸਤਿਗੁਰੂ ਵੀ ਤੰਬੂ 'ਚ ਬੈਠੇ ਰਹੇ ਤੇ ਗੁਰੂ ਕੇ ਪਿਆਰੇ ਕੀਰਤਨੀਏ ਕੀਰਤਨ ਕਰਦੇ ਰਹੇ। ਪਾਠ ਰਹਿ ਰਾਸ ਭੋਗ ਤਬ ਪਾਏ। ਸ੍ਰੀ ਰਹਿ ਰਾਸ ਸਾਹਿਬ ਜੀ ਦੇ ਪਾਠ ਦਾ ਭੋਗ ਪਿਆ। ਸੁੰਦਰ ਸਦਨ ਬਿਰਾਜੇ ਜਾਏ। ਦੀਵਾਨ ਦੀ ਸਮਾਪਤੀ ਕਰਕੇ ਕਲਗੀਧਰ ਪਾਤਸ਼ਾਹ ਤੰਬੂ 'ਚੋਂ ਉੱਠ ਕੇ ਆਪਣੇ ਮਹਿਲਾਂ 'ਚ ਜਾ ਬਿਰਾਜੇ ਹਨ। ਖਾਨ ਪਾਨ ਕਰ ਦਿਸ਼ਾ ਬਿਤਾਏ। ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਰਾਤ ਗੁਜ਼ਾਰੀ ਹੈ। ਸਭ ਥਲ ਬਿਦਤ ਭਇਓ ਸੋ ਡੇਰਾ। ਉਸ ਤੰਬੂ ਦੀ ਹੁਣ ਕਥਾ ਸਾਰੇ ਪਾਸੇ ਪਹੁੰਚ ਗਈ। ਪੂਰੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਪਸਰ ਗਈ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਤੰਬੂ ਬਣਾਇਆ, ਜਿਹਦੇ ਨਾਲ ਦਾ ਤੰਬੂ ਔਰੰਗਜ਼ੇਬ ਕੋਲ ਵੀ ਨਹੀਂ, ਬਾਕੀ ਦਾ ਕਿਸੇ ਕੋਲ ਕੀ ਹੋਣਾ। ਕਰੈ ਸਰਾਹਨ ਜਿਸ ਜਿਸ ਹੇਰਾ। ਜਿਹੜਾ ਜਿਹੜਾ ਤੰਬੂ ਨੂੰ ਵੇਖ ਕੇ ਗਿਆ ਉਹਦੀਆਂ ਹੀ ਸਿਫਤਾਂ ਕਰਦਾ ਰਹਿੰਦਾ। ਜਿੱਥੇ ਲੋਕ ਜਾਂਦੇ ਨੇ ਉਹ ਗੁਰੂ ਦੇ ਤੰਬੂ ਦੀਆਂ ਹੀ ਗੱਲਾਂ ਕਰਦੇ ਨੇ। ਹੁਣ ਇੱਕ ਦਿਨ ਸ੍ਰੀ ਸਤਿਗੁਰ ਬੈਸੇ। ਉਸੇ ਤੰਬੂ ਵਿੱਚ ਇੱਕ ਦਿਨ ਫਿਰ ਮਹਾਰਾਜ ਦਰਬਾਰ ਲਾ ਕੇ ਕਲਗੀਆਂ ਵਾਲੇ ਪਾਤਸ਼ਾਹ ਸਜੇ ਨੇ। ਸਿੱਖ ਸੁਰਗਨ ਮੈਂ ਸੁਰਪਤ ਜੈਸੇ। ਜਿਵੇਂ ਮਹਾਰਾਜ ਭਗਵਾਨ ਵਿਸ਼ਨੂੰ ਜੀ ਦੇਵਤਿਆਂ ਦੀ ਸਭਾ 'ਚ ਬੈਠਦੇ ਹੋਣ, ਜਿਵੇਂ ਇੰਦਰ ਰਾਜਾ ਦੇਵ ਸਭਾ ਵਿੱਚ ਬੈਠਾ ਹੋਵੇ, ਮਹਾਰਾਜ ਆਪਣੇ ਸਿੱਖਾਂ ਵਿੱਚ ਬੈਠੇ ਹਨ। ਵਸਤਰ ਢੂਖਨ ਰਹੇ ਸਹਾਏ। ਬੜੇ ਸੋਹਣੇ ਵਸਤਰ ਸ਼ਸਤਰ ਕਲਗੀਆਂ ਤੋੜੇ ਪਾ ਲਾ ਕੇ ਬੈਠੇ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹਾਂਜੀ, ਸੰਗਤ ਨਹੀਂ ਦਰਸ ਕੋ ਪਾਏ। ਨਈ ਸੰਗਤ ਆ ਰਹੀ ਹੈ, ਹਜ਼ਾਰਾਂ ਸੰਗਤ ਰੋਜ਼ ਨਵੇਂ ਆਉਂਦੇ। ਸਾਧ ਸੰਗਤ ਜੀ, ਸਿੱਖ ਦਾ ਪਤਾ ਕੀ ਕੰਮ ਹੈ? ਗੁਰਦੁਆਰੇ ਆਪ ਵੀ ਜਾਵੇ ਤੇ ਨਾਲ ਦੇ ਨੂੰ ਆਖੇ ਆ ਭਾਈ ਆਪਾਂ ਗੁਰੂ ਘਰ ਚੱਲੀਏ। ਆਪਾਂ ਤੇ ਆਪ ਨਹੀਂ ਜਾਂਦੇ, ਦੂਜਿਆਂ ਨੂੰ ਕੀ ਕਹਿਣਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਪਹਿਲਾਂ ਹੀ ਉਲਟਾ ਹੋ ਗਿਆ। ਸਿੱਖ ਦਾ ਕੰਮ ਹੈ ਜਦੋਂ ਜਾਵੇ ਇੱਕ ਦੋਆਂ ਨੂੰ ਲੈ ਕੇ ਜਾਵੇ। ਚੱਲ ਭਾਈ ਅੰਮ੍ਰਿਤਸਰ ਸਾਹਿਬ ਚੱਲਣਾ, 2 ਦਿਨ ਨਾਲ ਚੱਲ ਸਾਡੇ। ਚੱਲ ਭਾਈ ਸ੍ਰੀ ਹਜ਼ੂਰ ਸਾਹਿਬ ਚੱਲਣਾ, ਨਾਲ ਚੱਲ ਦਰਸ਼ਨ। ਜਦੋਂ ਆਪਾਂ ਕਿਸੇ ਸਿੰਘ ਨੂੰ ਨਾਲ ਲੈ ਕੇ ਭਾਵੇਂ ਪੱਲਿਓਂ ਕਿਰਾਇਆ ਖਰਚ ਕੇ ਲੈ ਜਾਈਏ ਨਾ, ਉਹਦਾ ਬੜਾ ਫਲ ਮਿਲਦਾ, ਕਿਉਂਕਿ ਉਹ ਸਿੱਖ ਗੁਰੂ ਨਾਲ ਜੁੜ ਜਾਂਦਾ, ਉਹਦਾ ਜੀਵਨ ਪਲਟ ਜਾਂਦਾ। ਤਾਂ ਮਹਾਰਾਜ ਦੇ ਕੋਲ ਨਵੀਂ ਤੋਂ ਨਵੀਂ ਸੰਗਤ ਰੋਜ਼ ਆਉਂਦੀ ਸੀ। ਉਹਨੇ ਇੱਕ ਸੰਗਤ ਕਿਤੇ ਆਈ। ਫਿਰ ਗੁਰੂ ਕੀ ਸੰਗਤ ਆਈ ਹੈ ਮਾਝੇ ਦੇਸ਼ ਵੱਲੋਂ, ਲਾਹੌਰ ਸ਼ਹਿਰ ਵੱਲੋਂ। ਅਨਕਿਆ ਕੋਰਣ ਅਦਭੁਤ ਲਿਆਈ। ਬੜੇ ਬੜੇ ਕੀਮਤੀ ਤੋਹਫੇ, ਬੜੀਆਂ ਬੜੀਆਂ ਕੀਮਤੀ ਵਸਤੂਆਂ ਭੇਟਾਵਾਂ ਲੈ ਕੇ ਆਏ ਨੇ ਸਿੱਖ। ਇਸ ਮੈਂ ਖੱਤਰੀ ਸਿੱਖ ਚੱਲ ਆਇਓ। ਉਹਨਾਂ ਵਿੱਚੋਂ ਇੱਕ ਖੱਤਰੀ ਸਿੱਖ ਆਇਆ ਹੈ। ਨਿਜ ਤਨੁਜਾ ਕੋ ਡੋਰਾ ਲਿਆਇਓ। ਉਹ ਆਪਣੀ ਬੇਟੀ ਦਾ ਡੋਲਾ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਇਆ ਹੈ। ਗੋਤ ਹੁਤੋ ਕੁਮਰਾਵ ਅਛੇਰਾ। ਉਹ ਖੱਤਰੀ ਕੁਮਰਾਵ ਜਾਤੀ ਦਾ ਹੈ। ਕੁਮਰਾਵ ਉਹਦਾ ਗੋਤ ਹੈ ਤੇ ਉਹ ਖੱਤਰੀ ਬਰਾਦਰੀ ਦਾ ਗੁਰੂ ਦਾ ਪਿਆਰਾ ਹੈ। ਆਨ ਆਨੰਦਪੁਰ ਕੀਨਸ ਡੇਰਾ। ਆ ਕੇ ਸ੍ਰੀ ਅਨੰਦਪੁਰ ਸਾਹਿਬ ਉਸਨੇ ਡੇਰਾ ਕੀਤਾ ਹੈ। ਸੋਧ ਸ੍ਰੀ ਗੁਜਰੀ ਨਿਕਟ ਪਠਾਈ। ਤੇ ਉਹਨੇ ਇਸ ਗੱਲ ਦੀ ਕਿ ਮੈਂ ਆਪਣੀ ਬੇਟੀ ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਬਣਾਉਣ ਲਈ ਲੈ ਕੇ ਆਇਆ, ਮਾਤਾ ਗੁਜਰੀ ਜੀ ਨੂੰ ਖਬਰ ਭੇਜ ਦਿੱਤੀ ਹੈ। ਅਪਰ ਨੁਖਾ ਡੋਰੇ ਮਹਿ ਪਾਈ। ਤੇ ਇਹ ਖਬਰ ਅੱਜ ਤੁਹਾਡੇ ਸਾਹਿਬਜ਼ਾਦੇ ਮਾਤਾ ਜੀ, ਤੁਹਾਡੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੂਸਰੀ ਧਰਮ ਪਤਨੀ, ਦੂਜਾ ਡੋਲਾ
गुरु घर च आ गया है। मन में मुदत बधाई ले तो माता गुजरी जी खुश होए ने ते प्रसन्न हो के संगतां दीयां बधाइयां लैण लगे ने। बसन दरब जाचक को दे तो वस्त्र कपड़े माया माता खुला गरीबां नूं दान देण लगी है। दर्शन देन हेत गुर आए श्री गुरु कलगीधर जी दरबार दे विच संगतां नूं दर्शन देण लई जदों आए ने। बैठे सभा दरबार लगाए महाराज दा दरबार सज गया, सभा लग गई है। सब संगत में सुध पहुंचाई सारी संगत विच खबर पहुंची है। देव दर्शन पहुंचो समुदाई भाई आओ भाई महाराज दा दरबार सजिया सिखो, आओ भाई मत्था टेक लो। उदों महाराज दा दरबार जदों सज जांदा सी ना, मेवड़ा ਜਾਂਦਾ ਸੀ ਤੰਬੂਆਂ ਵਿੱਚ। ਅੱਜ ਕੱਲ੍ਹ ਵਰਗੇ ਸਿਸਟਮ ਨਹੀਂ ਸੀ। ਅੱਜ ਕੱਲ੍ਹ ਤੇ ਅਨਾਉਂਸਮੈਂਟ ਹੋ ਜਾਂਦੀ ਹੈ ਲਾਊਡ ਸਪੀਕਰ ਤੇ ਵੀ, ਹੋਰ ਵੀ ਮੀਡੀਆ ਦੇ ਬੜੇ ਸਾਧਨ ਨੇ। ਉਦੋਂ ਤਾਂ ਇਹ ਸੀ ਵੀ ਮੇਵੜਾ ਜਾ ਕੇ ਸੰਗਤ ਨੂੰ ਖਬਰ ਕਰਦਾ ਹੈ, ਭਾਈ ਸਤਿਗੁਰੂ ਜੀ ਦਰਬਾਰ 'ਚ ਆ ਗਏ ਨੇ, ਜਿਹਨੇ ਦਰਸ਼ਨ ਕਰਨੇ ਨੇ ਚੱਲ ਕੇ ਦਰਸ਼ਨ ਕਰ ਲਵੋ। ਸੋਨ ਸੋਨ ਸੁਧ ਸਭ ਕੋ ਉਤਲਾਏ ਕਹਿੰਦੇ ਗੁਰੂ ਸਾਹਿਬ ਦੇ ਦਰਬਾਰ ਸਜਣ ਦੀ ਖਬਰ ਸੁਣ ਕੇ ਸਾਰੇ ਹੀ ਬੜੇ ਉਤਸ਼ਾਹ ਨਾਲ ਆਏ ਹਨ। ਲਏ ਅਕੋਰਨ ਕੋ ਚਲ ਆਏ ਆਪਣੀਆਂ ਭੇਟਾਵਾਂ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਬਸਤਰ ਲੈ ਕੇ ਆਇਆ, ਕੋਈ ਚੰਗਾ ਘੋੜਾ ਲੈ ਕੇ ਆਇਆ, ਕੋਈ ਮਾਇਆ ਲੈ ਕੇ ਆਇਆ। ਜੋ ਜੋ ਕੋਈ ਸਿੱਖ ਭੇਟਾ ਲੈ ਕੇ ਆਏ ਸੀ ਗੁਰੂ ਸਾਹਿਬ ਦੇ ਵਾਸਤੇ, ਉਹ ਲਿਆ ਕੇ ਸਤਿਗੁਰਾਂ ਨੂੰ ਅਰਪਣ ਕਰਦੇ ਨੇ। ਅਰਪਣ ਕਰੈ ਬੰਦਨਾ ਠਾਨੈ ਮਹਾਰਾਜ ਨੂੰ ਭੇਟਾ ਅਰਪਣ ਕਰਕੇ ਚਰਨਾਂ 'ਚ ਮੱਥਾ ਟੇਕਦੇ ਨੇ। ਵਿਦੇ ਕਾਮਨਾ ਬਦਨ ਬਖਾਨਾ ਔਰ ਆਪਣੇ ਮਨ ਦੀ ਕਾਮਨਾ ਆਪਣੇ ਗੁਰਦੇਵ ਸਤਿਗੁਰੂ ਜੀ ਨੂੰ ਦੱਸਦੇ, ਮਹਾਰਾਜ ਮੇਰਾ ਇਹ ਕਾਰਜ ਹੈ। ਆਪਣੀ ਕਿਉਂਕਿ ਸਾਧ ਸੰਗਤ ਜੀ ਚਾਰ ਤਰ੍ਹਾਂ ਦੇ ਸਿੱਖ, ਚਾਰ ਤਰ੍ਹਾਂ ਦੇ ਲੋਕ ਹੁੰਦੇ ਨੇ। ਆਖੋ ਸ੍ਰੀ ਵਾਹਿਗੁਰੂ। ਇੱਕ ਵਿਸ਼ਈ ਹੁੰਦੇ ਨੇ, ਇੱਕ ਪਾਮਰ ਹੁੰਦੇ ਨੇ, ਇੱਕ ਜਗਿਆਸੂ ਹੁੰਦੇ ਨੇ, ਇੱਕ ਗਿਆਨੀ ਹੁੰਦੇ ਨੇ। ਵਿਸ਼ਈ, ਪਾਮਰ, ਜਗਿਆਸੂ ਤੇ ਗਿਆਨੀ। ਪਾਮਰ ਉਹ ਹੁੰਦੇ ਨੇ ਜਿਹੜੇ ਗੁਰਦੁਆਰੇ ਆਉਂਦੇ ਹੀ ਨਹੀਂ, ਗਲੀ 'ਚੋਂ ਲੰਘ ਜਾਣ ਚਾਰ ਗਾਲਾਂ ਕੱਢ ਕੇ ਲੰਘਣਗੇ। ਆਹ ਵੇਖੋ ਜੀ ਪਖੰਡ ਹੋ ਰਿਹਾ ਜੀ, ਕੀਰਤਨ ਕਰੀ ਜਾਂਦੇ ਜੀ, ਕਥਾ ਕਰੀ ਜਾਂਦੇ ਜੀ, ਕੜਾਹ ਖਾਈ ਜਾਂਦੇ ਜੀ, ਲੰਗਰ ਲਾਏ ਜੀ। ਆਹ ਵੇਖੋ ਜੀ ਐਡੀਆਂ ਐਡੀਆਂ ਬਿਲਡਿੰਗਾਂ ਬਣਾਤੀਆਂ ਜੀ, ਸਰੋਵਰ ਬਣਾ ਦੇ ਜੀ, ਕੀ ਫਾਇਦਾ ਜੀ? ਨਿੰਦਾ ਹੀ ਕਰਨੀ। ਉਹਨੂੰ ਕਹਿੰਦੇ ਪਾਮਰ ਪੁਰਸ਼। ਦੂਜਾ ਹੁੰਦਾ ਵਿਸ਼ਈ। ਵਿਸ਼ਈ ਹੁੰਦਾ ਜਿਹੜਾ ਮੇਰੇ ਵਰਗਾ ਗੁਰਦੁਆਰੇ ਆ ਕੇ ਵਿਚਾਰਾ ਆਪਣੇ ਘਰ ਦੇ ਦੁੱਖ ਦੇ ਰੋਂਦਾ, ਕਾਕੇ ਦੀ ਕੜਮਾਈ ਹੋ ਜੇ ਮਹਾਰਾਜ, ਸੱਚੇ ਪਾਤਸ਼ਾਹ ਬੱਚੇ ਵੈਲ ਸੈੱਟ ਹੋ ਜਾਣ, ਬੱਚਿਆਂ ਦੇ ਮਹਾਰਾਜ ਵਿਆਹ ਸ਼ਾਦੀਆਂ ਹੋ ਜਾਣ, ਕਾਰੋਬਾਰ ਚੱਲ ਜਾਣ। ਉਹ ਸਾਡੇ ਵਰਗੇ ਲੋਕ ਹਨ ਦੁਨਿਆਵੀ। ਉਹ ਵੀ ਆਉਂਦੇ, ਉਹਨਾਂ ਕਿੱਥੇ ਜਾਣਾ ਗੁਰੂ ਨੂੰ ਛੱਡ ਕੇ। ਨਿੰਦਕਾਂ ਨੇ ਵੀ ਗੁਰੂ ਦੇ ਸਹਾਰੇ ਨਿੰਦਾ ਕਰਨੀ। ਆਖੋ ਸਤਿਨਾਮ ਸ੍ਰੀ। ਉਹ ਵੀ ਗੁਰੂ ਦੇ ਸਹਾਰੇ ਜੀ ਰਹੇ ਨੇ, ਕਿਉਂਕਿ ਨਿੰਦਕਾਂ ਨੂੰ ਨਿੰਦਾ ਲਈ ਕੋਈ ਚਾਹੀਦਾ ਨਾ ਸਹਾਰਾ। ਤੇ ਗੁਰੂ ਦੀ ਸੋਭਾ, ਗੁਰੂ ਦੀ ਵਡਿਆਈ, ਗੁਰੂ ਦੇ ਨਿਸ਼ਾਨ, ਗੁਰੂ ਦੇ ਸਰੋਵਰ, ਗੁਰੂ ਦੇ ਦਰਬਾਰ, ਗੁਰੂ ਦਾ ਪੰਥ ਸਹਾਰਾ ਬਣ ਜਾਂਦਾ ਨਿੰਦਾ ਕਰਨ ਦਾ। ਉਹ ਕਰ ਲੈਂਦੇ ਨੇ। ਕਹਿੰਦੇ ਦੂਜੇ ਭਾਤਣਾ ਦਾ ਵੀ ਆ ਵੀ ਬਾਬੇ ਤੋਂ ਮੰਗੋ ਜੋ ਮੰਗੇ ਠਾਕਰੇ ਆਪਣੇ ਤੇ ਦਿੰਦਾ। ਤੀਜੇ ਹੁੰਦੇ ਜਗਿਆਸੂ, ਜਿਨ੍ਹਾਂ ਨੂੰ ਸੰਸਾਰ ਦੀਆਂ ਚੀਜ਼ਾਂ ਨਹੀਂ ਚਾਹੀਦੀਆਂ। ਉਹ ਚਾਹੁੰਦੇ ਆ ਮੇਰੀ ਮੁਕਤੀ ਹੋ ਜੇ, ਮੇਰਾ ਕਲਿਆਣ ਹੋ ਜੇ, ਮੇਰੀ ਇਹ ਆਤਮਾ ਜਨਮ ਮਰਨ ਦੇ ਚੱਕਰ 'ਚੋਂ ਨਿਕਲ ਜਾਵੇ। ਬਾਰ ਬਾਰ ਮੈਂ ਜੰਮ ਰਿਹਾ, ਬਾਰ ਬਾਰ ਮੈਂ ਮਰ ਰਿਹਾ, ਇਹ ਗਦੀ ਗੇੜ ਪਿਆ ਹੋਇਆ ਹੈ। ਤਾਂ ਜੰਮ ਮਰਿਆ ਫਿਰ ਜੰਮਣਾ, ਬਹੁਤ ਸਜਾਏ ਪਿਆ ਦੇਸ਼। ਇਹਦੇ ਤੋਂ ਕਿਵੇਂ ਨਿਕਲਿਆ ਜਾਵੇ, ਉਹ ਗੁਰੂ ਨੂੰ ਪੁੱਛਣ ਆਉਂਦੇ ਨੇ। ਚੌਥੇ ਹੁੰਦੇ ਨੇ ਬ੍ਰਹਮ ਗਿਆਨੀ। ਉਹਨਾਂ ਨੂੰ ਕੋਈ ਮੰਗ ਨਹੀਂ ਹੁੰਦੀ, ਸੰਤੁਸ਼ਟ ਹੁੰਦੇ ਨੇ, ਆਪਣੇ ਗੁਰੂ ਦੀ ਪ੍ਰੇਮਾ ਭਗਤੀ 'ਚ ਲੀਨ ਹੋ ਜਾਂਦੇ ਨੇ, ਕੋਈ ਮੰਗ ਨਹੀਂ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਸਾਰੇ ਆਉਣੇ ਨੇ। ਉਹ ਜਿਹੜੇ ਦੁਨਿਆਵੀ ਮੰਗਾਂ ਵਾਲੇ ਨੇ ਉਹ ਵੀ ਆਉਂਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਘਰ 'ਚ ਸੁੱਖ ਸ਼ਾਂਤੀ ਹੋ ਜੇ, ਘਰ 'ਚ ਖੁਸ਼ੀਆਂ ਆ ਜਾਣ। ਜੋ ਮੰਗਦੇ ਨੇ ਸਤਿਗੁਰੂ ਉਹ ਵੀ ਦਿੰਦੇ ਨੇ। ਕਰੁਣਾ ਦ੍ਰਿਸ਼ਟ ਸਭਨ ਪਰ ਧਰੈ। ਤੇ ਸਤਿਗੁਰੂ ਸਾਰਿਆਂ ਤੇ ਕਿਰਪਾ ਕਰਦੇ ਨੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ। ਉਹ ਸਾਰਿਆਂ ਦੇ ਹੀ ਮਿਹਰ ਦ੍ਰਿਸ਼ਟੀ ਕਰਕੇ ਭਲਾ ਕਰ ਦਿੰਦੇ ਨੇ। ਹਾਥ ਜੋੜ ਖੱਤਰੀ ਸਿੱਖ ਆਇਓ। ਉਸ ਵੇਲੇ ਉਹ ਖੱਤਰੀ ਸਿੱਖ
महाराज के चरणों 'च हाजिर हो गया लाहौर दा। मैं तनुजा दासी हित ल्यायो। कहन लगा सतगुरु जी मैं अपनी बेटी आप जी के चरणों की दासी बनाने वास्ते लेके आया हाँ। बनह सनाथा तुम ते सोए। मेरी बेटी आप जी की दासी चरणों की सेवक बन के अपना जीवन सफला कर लवे। ए शरदा पूर्ण मम होए। ये मेरी शरदा जदों मेरे घर बच्ची जम्मी सी मैं उदों ही अरदास कीती सी अपनी बेटी नूं अपने सतगुरां दे चरणां दी दासी बनावांगा ते हुण वो जवान हो गई है वरजोग है मैं उन्हों गुरु घर च ले आया हाँ। अंतःपुर डोरा पहुंचायो। ते अपनी बेटी नूं मैं माता गुजरी को डोले च पा के भेज भी आया हाँ। ते दर्शन संगत को सारी। ते महाराज सारियां संगतां नूं आप दर्शन दिते। गमने सतगुर सदन मजारी। सतगुरु दर्शन दे के जदों दीवान की समाप्ति करके महलों विच गए अपने घर गए गुरु के महल श्री आनंदपुर साहब विखे। श्री गुजरी साह सुधवाए। माता गुजरी जी ने उस वेले ब्याह का साहा कढ़वा लिया। उत्सव ब्याह बिलंद बनाए। नाल दी नाल ही तैयारी करती आनंद कारजां दी ब्याह दी। सतगुर को फेरे फिरवाए। श्री गुरु गोबिंद सिंह जी का ब्याह माता सुंदरी जी दे नाल बड़े सुंदर ढंग नाल बाजियां गाजियां नाल बाणी पढ़ के होया। पूरे आनंद में आनंद वधाए। श्री आनंदपुर साहब विच ये ब्याह होया। माता जीता जी दे नाल जिहड़ा ब्याह होया सी वो होया सी गुरु के लाहौर। वेखो गुरु की खेड़ जिहड़ी माता जीतो जी दे ब्याह की कथा सी वो भी बंबे जी होई सी। कथा चलती चलती माता सुंदरी जी का ब्याह भी अज वो भी इत्थे इसे स्थान पर ही महाराज कथा करा रहे हैं। ये भी गुरु की खेड ही है। साडा कोई प्रोग्राम नहीं सी भी बब्बे जाना आपे ही महाराज खिंच के ले आए ते संगतां दे दर्शन दोबारा कराते। 1.5 महीने असीं मेरा ख्याल 50 साल दे सोचदे भी बब्बा किवें जा वेख्या कोई नहीं सीगा ते पातशाह दे विआहां दी कथा इत्थे करनी सी। ये गुरु की खेड है। आखो सतनाम। आप सतगुरां दा दूजा आनंद कारज पहला दा होया सी गुरु के लाहौर माता जीता जी दे नाल ते दूसरा होया माता पूजनीक माता सुंदर कौर जी माता सुंदरी जी हाँ जी। जथा जोग कुल रीत कराई। जथा जोग कुल रीति कराई माता सुंदरी जी का ब्याह होया साध संगत जी ये श्री आनंदपुर साहब विखे होया है। धन खर्चो बहु बची बधाई। बहुत माया दे खुले कफे खर्च किए माता गुजरी जी ने बड़ियां बधाइयां वधियां। माता सुंदरी जी साध संगत जी बहुत लंबी उम्र पाई है सब तो ज्यादा। माता जीता जी का 30 साल की उम्र में ज्योति जोत समा गए सी। 3 साहिबजादे माता जीता जी के पेट तो होए ने। बाबा जुझार सिंह जी बाबा जोरावर सिंह जी बाबा फतेह सिंह जी। एक साहिबजादा माता सुंदरी जी के उधर तो होए बाबा अजीत सिंह जी। पर माता जीता जी ब्याह पहला गुरु घर आए बड़े वो सन। साहिबजादा पहला छोटिया के उधर तो होया। ये इतिहास है साडा। ते तिन्ना मातावां दे तिन्ने थावां दे वखरे वखरे स्थान बन गीठे हैं। माता जी माता जीता जी का संस्कार आनंदपुर साहब अगमपुरे होया। गुरुद्वारा अगमगढ़ साहब उत्थे सतलुज दरिया के कंढे ते जदों आपां आनंदपुर साहब तो होलगढ़ साहब नूं जाइए अगे अगमपुरा है माता जी का। माता जीतो जी उत्थे ज्योति जोत समा गए। माता सुंदरी जी लगभग 80 साल की उम्र हो गई ते इत्थे दिल्ली दे विच 1748 ਦੇ ਵਿੱਚ ਸੱਚਖੰਡ ਗਮਨ ਕੀਤਾ। 10ਵੇਂ ਪਾਤਸ਼ਾਹ ਤੋਂ 40 ਸਾਲ ਬਾਅਦ 40 ਸਾਲ ਮਾਤਾ ਜੀ ਪੰਥ ਦੀ ਅਗਵਾਈ ਕਰਦੇ ਰਹੇ ਔਰ ਉਹੀ ਮਾਤਾ ਸੁੰਦਰੀ ਜੀ ਦਾ ਵਿਆਹ ਹੋਇਆ ਜਿਨ੍ਹਾਂ ਨੇ ਪੰਥ ਦੀ 40 ਸਾਲ ਅਗਵਾਈ ਕੀਤੀ ਹੈ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨੁਲ ਕੌਮ ਨੂੰ ਆਪ ਆਪਣੀ ਗੋਦ 'ਚ ਪਾਲ ਕੇ ਪੰਥ ਦਾ ਜਥੇਦਾਰ ਬਣਾਇਆ। ਬੜੇ ਬੜੇ ਵੱਡੇ ਮਹਾਨ ਭਾਈ मनी सिंह साहब ब्रह्म ज्ञानी जी तो हुक्म दे के दसम की भीड़ इकट्ठी माता सुंदरी जी ने करवाई है। वो हुक्मनामे पे है जिन्हों च माता जी ने लिखा है। भाई मनी सिंह ने चिट्ठी च लिखा है कि माता जी आप जी की कृपा इन्नी बाणी लभ गई है इन्नी लभ रहे हैं महाराज का स्वरूप तैयार कर रहे हैं।
सो कहण दा मतलब है ये माता सुंदरी जी वो बहुत उच्च दिव्य दृष्टि के मालक भी सन ते वो राजनीति के भी बड़े माहिर सन, क्योंकि दिल्ली रहते सन, उत्थों का सारा वातावरण उन्होंने पता सी किवें कंट्रोल करना है। माता जी उन्हां दा आनंद कारज अज 10वें पातशाह नाल बड़ी ਵਧਾਈਆਂ ਹੋਈਆਂ ਹਨ। तुति ब्याह कलगी तर केरा। ਇਹ ਦੂਜਾ ਵਿਆਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਤੀਸਰੇ ਮਾਤਾ ਸਾਹਿਬ ਦੇਵੀ ਜੀ ਹੋਏ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਕੁਆਰਾ ਡੋਲਾ ਬਖਸ਼ਿਸ਼ ਕੀਤੀ। ਉਹਨਾਂ ਦੇ ਉਧਰ ਤੋਂ ਕੋਈ ਸੰਤਾਨ ਨਹੀਂ ਹੋਈ ਸਤਿਗੁਰਾਂ ਦੀ, ਪਰ ਉਹਨਾਂ ਨੇ ਬਚਨ ਕੀਤਾ ਆ ਖਾਲਸਾ ਹੀ ਤੇਰਾ ਪੁੱਤਰ ਹੋਵੇਗਾ, ਰਹਿੰਦੀ ਦੁਨੀਆ ਤੱਕ ਤੇਰਾ ਪੁੱਤਰ ਜਿਉਂਦਾ ਰਹੇਗਾ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਉਦੋਂ ਮਾਤਾ ਸਾਹਿਬ ਦੇਵਾਂ ਜੀ ਨੂੰ ਖਾਲਸੇ ਦੇ ਮਾਤਾ ਜੀ ਕਹਿੰਦੇ ਨੇ। ਸੋ ਖਾਲਸਾ ਜੀ ਕਈ ਵਾਰੀ ਭੁਲੇਖਾ ਪੈ ਜਾਂਦਾ, ਉਹ ਕਹਿੰਦੇ ਪਤਾਸੇ ਮਾਤਾ ਜੀਤਾ ਜੀ ਨੇ ਪਾਏ ਤੇ ਖਾਲਸੇ ਦੀ ਮਾਂ ਮਾਤਾ ਸਾਹਿਬ ਦੇਵਾਂ ਕਿਵੇਂ ਹੈ। ਸੋ ਉਹ ਇਹ ਹੈ ਵੀ ਜਦੋਂ ਅੰਮ੍ਰਿਤ ਛਕਾਇਆ ਸੀ ਉਦੋਂ ਤੇ ਮਾਤਾ ਸਾਹਿਬ ਦੇਵੀ ਜੀ ਅਜੇ ਗੁਰੂ ਘਰ 'ਚ ਆਏ ਵੀ ਨਹੀਂ ਸਨ। ਉਦੋਂ ਮਾਤਾ ਜੀਤਾ ਜੀ ਵੱਡੇ ਸਨ, ਉਹਨਾਂ ਨੇ ਪਤਾਸੇ ਪਾਏ ਸਨ। ਪਰ ਜਦੋਂ ਮਾਤਾ ਸਾਹਿਬ ਦੇਵੀ ਜੀ ਗੁਰੂ ਘਰ 'ਚ ਆ ਗਏ ਉਸ ਵੇਲੇ ਫਿਰ ਮਾਤਾ ਜੀ ਨੇ ਫੁਰਨਾ ਕੀਤਾ ਵੀ ਮੇਰੀ ਵੀ ਕੋਈ ਦੁਨੀਆ ਨਾਲ ਸਾਂਝ ਹੋਵੇ, ਮੇਰਾ ਵੀ ਕੋਈ ਪੁੱਤਰ ਹੋਵੇ। ਤੇ ਮਹਾਰਾਜ ਨੇ ਆਖਿਆ ਖਾਲਸਾ ਤੇਰਾ ਪੁੱਤਰ ਹੋਵੇਗਾ, क्योंकि आदि शक्ति माता साहब देवा जी परमेश्वर की प्रथम भगवती जो है वही मनुखी रूप में प्रगट होए सन। जिवें महाराज ने सर्वलोक प्रकाश में वचन लिखिया है कि मात भगवती पिता काल पुरख गोद दियो दा खास पली 40 नाल ए बीज खालसै मुक्ते पावन सिंह बली। पातशाह कहते आ जिहड़े 40 सिंह चमकौर दे जंग च शहीद होए ने ये मैं रख लिया बीज खालसे का। जिवें जट चंगी कणक रख लैंदा, क्यों रखदा, मोटे मोटे दाने वधिया वधिया चुन के कहना बीज पावांगा। खालसे का बीज 40 सिंह चमकौर वाले रखे ने। 40 नारे बीज खालसा मुक्ते पावन सिंह बली मात भगवती पिता काल पुरख गोद लियो दा खास बली। ये खास गोद है चंडी दी शक्ति दी। शक्ति तो बिना कोई कारज नहीं होंदा दुनिया का। साध संगत जी शक्ति तो बिना ते रोटी थाली च चुक के मूँह च नहीं पाई जा सकती, कोई पा के विखावे मैनूं। सामने प्रशादा पिया ते तुसीं हत्थ तुहाडे शक्ति कोई नहीं। आदि गुरु शंकराचार्य जी महाराज कश्मीर चले गए, वेदांत के कांड पंडित सन, शक्ति का खंडन करते सन, कहते शक्ति नहीं है ब्रह्म ही है। ब्रह्म तो है, शक्ति कोई नहीं। उत्थे जदों चले गए उत्थे जाके पंडितां नाल चर्चा करनी सी भी तुसीं शक्ति नूं मनदे हो छड्डो। उधर दे लोग शक्ति नूं मनदे सी पहाड़ां विच, कहंदे शक्ति की पूजा छड्डो। पर उत्थे जाके पेट खराब हो गया, मरोड़ लग गए, दस्त लग गए, पानी शरीर का खत्म हो गया, लम्मे पे है। 4 साल की बच्ची आई निक्की जी कुड़ी आके कहती बाबा कैसे पढ़े हो, कैसे कहाँ से आए हो। कहने लगा भारत दक्षिण भारत चों आए से। दक्षिण भारत चों आया, क्यों आए हो, शक्ति का खंडन करना आया। वो कहते फिर उठ के करो करो शक्ति का खंडन। शंकराचार्य बोले शरीर में शक्ति नहीं है कैसे उठो। वो कुड़ी कहती बाबा जिस शक्ति के बिना आप खड़े भी नहीं हो सकते उसी का खंडन करोगे। तो आदि शक्ति है प्रथम भगवती सिमर कै गुरु नानक नहीं जाए। वो है माता साहब देवां दे रूप में प्रगट हुई ते कुआरे ही रहे है, संसारी संबंध नहीं होया, आत्मा की खेड है। सो उस माता का खालसा पुत्र है। पर माता वड्डे भी अपने ही माता ने। धन माता सुंदरी जी। हाँ जी, संग सुंदरी भाग पलेरा। भागा वाली मां सुंदरी जिहदा सूरवीर बहादुर इकलौता पुत्र दुनिया का शाहसवार होया बाबा अजीत सिंह, जिन्हें 10 लाख का मुकाबला करके औरंगजेब दी फौजां दे दंद खट्टे कीते, रण तत्ते शहीदी पा के खालसे पंथ का सिर उच्चा कर दिता। वो मां सुंदरी अज कलगियां वाले पातशाह दे लड़ लगी है। जिसकी होई बैस बिसाला। सारियां मातावां तिन्हां विचों इहदी उम्र वड्डी होई है। माता साहब देवी जी भी 36 दे विच शरीर छड्ड गए सन
ਤੇ ਇਹ ਉਸ ਤੋਂ ਲਗਭਗ ਹੋਰ 12 ਸਾਲ ਬਾਅਦ ਤੱਕ ਰਹੇ ਹਨ। ਗੁਰ ਪੀਛੇ ਜੀਵੀ ਚਿਰਕਾਲਾ, ਕਲਗੀਧਰ ਤੋਂ 40 ਸਾਲ ਬਾਅਦ ਜਿਉਂਦੀ ਰਹੀ ਹੈ ਤੇ ਦਿੱਲੀ ਵਿੱਚ ਮਾਤਾ ਨੇ ਸਰੀਰ ਛੱਡਿਆ। ਉੱਥੇ ਬਾਲਾ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦਾ ਸੰਸਕਾਰ ਹੋਇਆ ਹੈ। ਇਸ ਪ੍ਰਕਾਰ ਪੁਰ ਆਨੰਦ ਮਝਾਰਾ, ਇਸ ਤਰ੍ਹਾਂ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਦੇ ਵਿੱਚ ਬਿਲਸਤ ਗੁਰੂ ਬਿਲਾਸ ਉਦਾਰਾ, ਮਹਾਰਾਜ ਬੇਅੰਤ ਕੌਤਕ ਕਰਦੇ ਹੈ। ਸੋ ਸਤਿਗੁਰਾਂ ਦੀ ਕਥਾ ਦਾ ਬੜੀ ਅਗਾਧ ਬੋਧ ਹੈ। ਧੰਨ ਹਨ ਗੁਰੂ ਕੇ ਲਾਲ ਜਿਹੜੇ ਕਥਾ ਗੁਰੂ ਦੀ ਸੁਣਦੇ ਹਨ, ਕਿਉਂਕਿ ਕਰਨ ਵਾਲਿਆਂ ਨਾਲੋਂ ਸੁਣਨ ਵਾਲਿਆਂ ਦਾ ਮਹੱਤਵ ਜ਼ਿਆਦਾ ਹੈ। ਅੱਜ ਸਮਾਂ ਐਸਾ ਆ ਗਿਆ ਸਾਡੇ ਕੋਲ ਕਥਾ ਸੁਣਨ ਦੀ ਫੁਰਸਤ ਹੀ ਨਹੀਂ ਰਹੀ। ਮਹਾਰਾਜ ਸਾਹਿਬ ਜੀ ਦੀ ਕਥਾ ਸਾਧ ਸੰਗਤ ਦੀ ਸੁਣਿਆ ਕਰੀਏ ਤੇ ਸੰਗਤਾਂ ਨੂੰ ਸੁਣਾਇਆ ਕਰੀਏ। ਇਹ ਪ੍ਰਚਾਰ ਜਦੋਂ ਦਾ ਬੰਦ ਹੋਇਆ ਨਾ, ਬੱਚਿਆਂ ਨੂੰ ਪਤਾ ਹੀ ਨਹੀਂ ਸਾਡਾ ਇਤਿਹਾਸ ਕੀ ਹੈ। ਵੱਧ ਤੋਂ ਵੱਧ ਇੰਨਾ ਪਤਾ ਵੀ 10 ਗੁਰੂ ਸਾਹਿਬ ਹੋਏ ਨੇ, 10 ਪਾਤਸ਼ਾਹੀਆਂ ਕਿੱਥੇ ਹੋਈਆਂ ਨੇ, ਕਿਹੜੇ ਕਿਹੜੇ ਨਗਰਾਂ 'ਚ ਰਹੀਆਂ ਨੇ, ਕਿਹੜੇ ਕਿਹੜੇ ਸਿੱਖਾਂ ਦੇ ਨਾਲ ਵਰਤਾਰੇ ਵਰਤੇ ਨੇ, ਕਿੱਦਾਂ ਕਿੱਦਾਂ ਦੇ ਘੱਲੂ ਘਾਰੇ ਜੰਗ ਯੁੱਧ ਹੋਏ ਨੇ। ਉਹ ਸਾਰਾ ਇਤਿਹਾਸ ਸਾਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਹੀ ਮਿਲਦਾ। ਸਭ ਤੋਂ ਵੱਡਾ ਸਾਡਾ ਇਤਿਹਾਸ ਦਾ ਸੋਮਾ ਇਹ ਹੈ। ਜਿਹੜੇ ਬਾਕੀ ਵੀ ਸਰੋਤ ਹਨ ਉਹਨਾਂ ਵਿੱਚ ਵੀ ਮਹਾਰਾਜ ਦਾ ਇਤਿਹਾਸ ਮਿਲਦਾ। ਮਹਿਮਾ ਪ੍ਰਕਾਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ 'ਚ ਹੋਏ ਬਾਬਾ ਸਰੂਪ ਦਾਸ ਜੀ ਭੱਲਾ, ਉਹਨਾਂ ਨੇ ਸਤਿਗੁਰਾਂ ਦੀ ਕਥਾ ਲਿਖੀ ਹੈ, ਪਰ ਉਹ ਸੰਖੇਪ ਵਿੱਚ ਹੈ। ਪਰ ਕਵੀ ਰਾਜ ਭਾਈ ਸੰਤੋਖ ਸਿੰਘ ਦਾ ਕੋਈ ਸ਼ਾਨੀ ਨਹੀਂ। ਪਿੰਡ ਪਿੰਡ ਜਾ ਕੇ ਆ ਸਾਡੇ ਕੋਲ ਗੱਡੀਆਂ ਨੇ, ਕਈ ਗੁਰਦੁਆਰੇ ਰਸਤੇ 'ਚ ਨੇ, ਫੇਰ ਵੀ ਆਖੀ ਦਾ ਚਲੋ ਫੇਰ ਆ ਜਾਗੇ, ਕੋਲੋਂ ਦੀ ਲੰਘ ਜਾਂਦੇ ਆ। ਦਰਸ਼ਨ ਨਹੀਂ ਹੁੰਦੇ ਪੂਰੇ ਸਥਾਨਾਂ ਦਾ ਸਾਨੂੰ ਪਤਾ ਨਹੀਂ। ਪਰ ਭਾਈ ਸਾਹਿਬ ਨੇ ਚੱਪੇ ਮਿਣ ਸਤਿਕਾਰਯੋਗ ਗਿਆਨੀ ਮਾਨ ਸਿੰਘ ਜੀ ਝੌਰ ਨੇ ਕਿਹਾ, ਉਹ ਕਹਿੰਦੇ ਗੁਰੂ ਭਾਈ ਸੰਤੋਖ ਸਿੰਘ ਨੇ ਤੇ ਗਿੱਠਾ ਮਿਣ ਕੇ ਗੁਰੂ ਦਾ ਇਤਿਹਾਸ ਲਿਖਿਆ ਵੀ ਕੋਈ ਗਿੱਠ ਰਹਿ ਨਾ ਜਾਵੇ, ਕੋਈ ਗੱਲ ਪਤਾ ਨਾ, ਕੋਈ ਖੱਪਾ ਨਾ ਰਹਿਣ। ਹਰ ਗੱਲ ਨੂੰ ਜੋੜਿਆ, ਹਰ ਗੱਲ ਦਾ ਵਰਣਨ ਕੀਤਾ। ਪਿੰਡ ਪਿੰਡ ਸ਼ਹਿਰ ਨਗਰ ਨਗਰ ਜਾ ਕੇ ਗੁਰੂ ਸਾਹਿਬ ਦੀ ਕਥਾ ਉਹਨਾਂ ਸਿੱਖਾਂ ਨੇ ਲਿਖੀ, ਸਾਂਭੀ। ਤੇ ਆਪਾਂ ਸੁਣ ਵੀ ਨਹੀਂ ਸਕਦੇ ਜੇ ਆਪਾਂ ਘੰਟਾ ਰੋਜ਼ 24 ਘੰਟਿਆਂ ਵਿੱਚੋਂ ਗੁਰੂ ਕੇ ਸਿੰਘ ਦਾ ਦਸਵੰਧ ਬਣਦਾ 2.5 ਘੰਟੇ ਨਿਤਨੇਮ ਹੈ। ਉਹਦੇ ਵਿੱਚ ਅੰਮ੍ਰਿਤ ਵੇਲੇ ਦਾ ਨਿਤਨੇਮ, ਆਸਾ ਦੀ ਵਾਰ ਦਾ ਪਾਠ ਕੀਰਤਨ ਸੁਣਨਾ, ਤੇ ਸ਼ਾਮ ਨੂੰ ਰਹਿ ਰਾਸ ਦਾ ਪਾਠ ਕੀਰਤਨ ਸੋਹਲੇ ਦਾ, ਜਿੰਨੇ ਆਪਣਾ ਗੁਰੂ ਕੇ ਸਿੱਖ ਕਰਨ ਘੱਟੋ ਘੱਟ। ਉਹਦੇ ਵਿੱਚ ਇਹ ਵੀ ਹੈ ਵੀ ਕੀਰਤਨ ਵੀ ਸੁਣੇ ਤੇ ਕਥਾ ਵੀ ਸੁਣੇ। ਲਿਖਿਆ ਨਾ ਵੀ ਸੰਧਿਆ ਸਮੇਂ ਸੁਨੇ ਰਹਿ ਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨ ਮੈਂ ਨੇਮ ਜੋ ਇੱਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਜਿਹੜਾ ਨੇਮ ਨਾਲ ਪਾਤਸ਼ਾਹ ਦੀ ਕਥਾ ਸੁਣੇਗਾ ਸੱਚਖੰਡ ਜਾਏਗਾ। ਅਰਦਾਸ ਤੋਂ ਬਾਅਦ ਇਕੱਠੇ ਚੁਕਾ ਲਾਂਗੇ ਤੇ ਹੁਣ ਕਥਾ ਥੋੜੀ ਸਮਾਪਤੀ ਕਰਨੀ ਹੈ। ਮੈਂ ਬੇਨਤੀ ਕਰਾਂ ਵੀ ਸਤਿਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਬਹੁਤ ਕੁਝ ਬਖਸ਼ਿਸ਼ਾਂ ਕੀਤੀਆਂ। ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਇਹ ਖਜ਼ਾਨਾ, ਉਹਦੇ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਵੀ ਹੈ। ਜਿੱਥੇ ਜੇ ਇਤਿਹਾਸ ਦੀ ਮਹਾਨਤਾ ਨਾ ਹੁੰਦੀ, ਅੱਜ ਕੱਲ੍ਹ ਕਈ ਲੋਕ ਕਹਿੰਦੇ ਇਤਿਹਾਸ ਦੀ ਕੋਈ ਲੋੜ ਨਹੀਂ, ਇਤਿਹਾਸ ਦੀ ਕਥਾ ਬੰਦ ਕਰਾ ਦਿਓ ਗੁਰਦੁਆਰਿਆਂ ਵਿੱਚ। ਬਹੁਤ ਸਾਰੇ ਸ਼ਹਿਰਾਂ ਵਿੱਚ ਉਹਦਾ ਅਸਰ ਪਿਆ ਵੀ ਹੈ। ਕਿਤੇ ਕਿਤੇ ਇਤਿਹਾਸ ਦੀ ਕਥਾ ਗੁਰਦੁਆਰਿਆਂ 'ਚ ਕਰਨ ਤੋਂ ਪਾਬੰਦੀ ਲਾਈ ਬੈਠੇ ਹੈ, ਇਤਿਹਾਸ ਬੰਦ ਕਰਾ ਰਹੇ ਹੈ। ਪਰ 90-95% ਦਾ ਸਿੰਘ ਕਿਸੇ ਦੀ ਨਹੀਂ ਮੰਨਦੇ। ਗੁਰੂ ਦੇ ਪਿਆਰੇ ਉਹ ਤਾਂ ਗੁਰੂ ਦੀ ਕਥਾ ਕਰਦੇ ਆ, ਗੁਰੂ ਦੀ ਕਥਾ ਸੁਣਦੇ ਆ, ਉਹ ਗੁਰੂ ਨਾਲ ਜੁੜੇ ਹੋਏ ਆ। ਇੱਕ ਦੋਵਾਂ ਨੂੰ ਆਪਾਂ ਕੀ ਲੈਣਾ ਜੇ। ਕੱਚੇ ਪਿੱਲੇ ਵੀ ਹੁੰਦੇ ਆ ਜਿੱਥੇ ਸਾਧ ਸੰਗਤ ਜੀ ਧਾਨਾ ਜਾਂ ਡੀਲਾ ਵੀ ਹੁੰਦਾ ਹੀ ਹੈ। ਕਦੀ ਕਦੀ ਉਹ ਵੀ ਵਿੱਚੇ ਕੜਾ ਪਛਾ ਛਕੀ ਜਾਂਦਾ, ਕੋਈ ਨਹੀਂ। ਖਾਲਸਾ ਪੰਥ ਬੜਾ ਮਹਾਨ ਹੈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਮਹਾਰਾਜ ਦੀ ਕਥਾ ਹੈ, ਇਹਦੇ ਕਰਨ ਨਾਲ, ਇਹਦੇ ਸੁਣਨ ਨਾਲ ਕੀ ਮਿਲਦਾ? ਜੇ ਇਹਦੀ ਮਹਾਨਤਾ ਨਾ ਹੁੰਦੀ
ਇਤਿਹਾਸ ਦੀ ਕਈ ਕਹਿੰਦੇ ਬਸ ਗੁਰਬਾਣੀ ਦਾ ਪਾਠ ਕਰੋ, ਕੀਰਤਨ ਕਰੋ, ਗੁਰੂ ਗ੍ਰੰਥ ਸਾਹਿਬ ਦਾ ਕਰੋ, ਬਸ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਾਂ, ਹੋਰ ਕਿਸੇ ਗੁਰੂ ਨੂੰ ਨਹੀਂ ਮੰਨਦੇ। ਇੱਕ ਜਗ੍ਹਾ ਤੇ ਸਾਨੂੰ ਵੀ ਇਹੋ ਜਿਹੇ ਸੱਜਣ ਟੱਕਰ ਗਏ, ਕਹਿੰਦੇ ਜੀ ਬਸ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ, ਹੋਰ ਨਾ ਕੋਈ ਕਰਿਆ ਜੀ। ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਸਾਨੂੰ ਕੀ ਲੋੜ ਹੈ, ਜੋ ਤੁਸੀਂ ਕਹੋਗੇ ਉਹੀ ਕਰ ਦਿਆਂਗੇ। ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ, ਮੈਂ ਸਾਰੀ ਕਥਾ ਸ਼ਬਦ ਦੀ ਕਰਤੀ। ਕਹਿੰਦੇ ਜੀ ਸਾਹਿਬਜ਼ਾਦਿਆਂ ਬਾਰੇ ਦੱਸਿਆ ਨਹੀਂ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਸਾਹਿਬਜ਼ਾਦਿਆਂ ਬਾਰੇ ਲਿਖਿਆ ਹੀ ਕੋਈ ਨਹੀਂ, ਤੁਸੀਂ ਆਰਡਰ ਕੀਤਾ ਸੀ ਵੀ ਕਰਨੀ ਨਹੀਂ ਗੱਲ, ਤੇ ਅਸੀਂ ਨਹੀਂ ਕਰਦੇ ਭਰਾਓ। ਕਿਉਂਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਗੱਲ ਹੈ। ਜਿਹੜਾ 10 ਪਾਤਸ਼ਾਹੀਆਂ ਦਾ ਇਤਿਹਾਸ ਹੈ, ਇਹ ਪਰਮੇਸ਼ਰ ਦੇ ਸਰਗੁਣ ਸਰੂਪ ਦੀ ਗੱਲ ਹੈ। ਸਰਗੁਣ ਸਰੂਪ ਤੋਂ ਬਿਨਾਂ ਸਾਡੀ ਸੁਰਤ ਨਿਰਗੁਣ 'ਚ ਜਾ ਹੀ ਨਹੀਂ ਸਕਦੀ। ਆਖੋ ਸਤਿਨਾਮ। ਪਹਿਲਾਂ ਸਰਗੁਣ ਨੂੰ ਦੇਖਾਂਗੇ, ਫਿਰ ਨਿਰਗੁਣ ਦਾ ਪਤਾ ਲੱਗੇਗਾ। ਤੇ ਇਹ ਕਥਾ ਅਸੀਂ ਬੰਦ ਕਰਾ ਰਹੇ ਹਾਂ। ਜੇ ਇਹਦੀ ਮਹਾਨਤਾ ਨਾ ਹੁੰਦੀ ਇਤਿਹਾਸ ਦੀ, ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲੇ ਕੋਲੋਂ ਗੁਰੂ ਨਾਨਕ ਦੀ ਕਥਾ ਕਿਉਂ ਸੁਣਦੇ? ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿ ਰਹੇ ਨੇ, ਭਾਈ ਬਾਲਾ ਜੀ ਸਾਨੂੰ ਮਹਾਰਾਜ ਦੀ ਸਾਰੀ ਕਥਾ ਸੁਣਾਓ। ਤੁਸੀਂ ਕਿੱਥੇ ਕਿੱਥੇ ਮਹਾਰਾਜ ਦੇ ਨਾਲ ਗਏ, ਮਹਾਰਾਜ ਨੇ ਜੋ ਲੀਲਾ ਕੀਤੀ ਤੁਸੀਂ ਸੁਣਾਓ। ਭਾਈ ਬਾਲਾ ਜੀ ਸੁਣਾਉਂਦੇ ਆ ਤੇ ਭਾਈ ਪੈੜਾ ਮੋਖਾ ਲਿਖੀ ਜਾਂਦਾ। ਸਾਡਾ ਸਭ ਤੋਂ ਪਹਿਲਾ ਸਰੋਤ, ਸਭ ਤੋਂ ਪਹਿਲਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੋਂ ਵੀ ਪਹਿਲਾ ਗ੍ਰੰਥ ਹੈ ਤੇ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਜਿਹਦੇ ਆਧਾਰ ਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਹੈ। ਫਿਰ ਜਿਹੜੀ ਗੁਰੂ 9 ਪਾਤਸ਼ਾਹੀਆਂ ਦੀ ਕਥਾ ਹੈ, ਇਹ ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਪੀੜ੍ਹੀ ਭਾਈ ਰਾਮ ਕੋਇਲ ਬ੍ਰਹਮ ਗਿਆਨੀ ਨੇ ਰਮਦਾਸ ਪਿੰਡ ਦੇ ਵਿੱਚ ਸਾਹਿਬ ਸਿੰਘ ਲਿਖਾਰੀ, ਜਿਹੜਾ ਹਜੂਰ ਸਾਹਿਬ ਤੋਂ ਮਹਾਰਾਜ ਦੇ ਜੋਤੀ ਜੋਤ ਸਮਾਨ ਕਰਕੇ ਬੈਰਾਗੀ ਹੋ ਕੇ ਗਏ ਸੀ ਸਿੰਘ। ਨਾ ਰੋਟੀ ਚੰਗੀ ਲੱਗਦੀ ਸੀ, ਨਾ ਨੀਂਦ ਆਉਂਦੀ ਸੀ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਉਹ ਇੰਨੇ ਬੈਰਾਗੀ ਸਿੰਘ ਉੱਥੇ ਪਹੁੰਚੇ ਰਮਦਾਸ ਪਿੰਡ। 15-20 ਸਿੰਘਾਂ ਦਾ ਜਥਾ ਜਾ ਕੇ ਫਤਿਹ ਗਜਾਈ, ਕਹਿਣ ਲੱਗੇ ਭਾਈ ਰਾਮ ਕੋਇਲ ਸਾਹਿਬ ਜੀ, ਬੜੀ ਦੁੱਖ ਦੀ ਖਬਰ ਲੈ ਕੇ ਆਏ ਹਾਂ। ਹਜੂਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦੀ ਧਰਤੀ ਨਦੇੜ ਜੋਤੀ ਜੋਤ ਸਮਾ ਗਏ ਹੈ। ਉਹਨਾਂ ਕਰਕੇ ਜੋਤੀ ਜੋਤ ਸਮਾਨ ਕਰਕੇ ਸਾਰਾ ਖਾਲਸਾ ਬੜਾ ਵਿਆਕਲ ਹੈ। ਅਸੀਂ ਬੜੇ ਦੁਖੀ ਹਾਂ, ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ। ਹੁਣ ਸਾਨੂੰ ਕਿਰਪਾ ਕਰੋ, ਤੁਹਾਨੂੰ ਮਹਾਰਾਜ 10ਵੇਂ ਪਾਤਸ਼ਾਹ ਰੋਜ਼ ਦਰਸ਼ਨ ਦਿੰਦੇ ਹੈ, ਸਾਨੂੰ ਵੀ ਰੋਜ਼ ਦਰਸ਼ਨ ਕਰਾਇਆ ਕਰੋ। ਕਿਉਂਕਿ ਬੁਰਹਾਨਪੁਰ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਭਾਈ ਰਾਮ ਕੋਇਲ ਸਾਹਿਬ ਜੀ ਨੂੰ ਪੰਜਾਬ ਨੂੰ ਵਾਪਸ ਮੋੜਿਆ, ਤੇ ਭਾਈ ਰਾਮ ਕੋਇਲ ਕਹਿੰਦੇ ਸਤਿਗੁਰੂ ਜੀ ਮੇਰਾ ਪਰਣ ਹੈ, ਮੈਂ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਦਾ, ਮੈਂ ਕਿਵੇਂ ਜੀਵਾਂਗਾ। ਮਹਾਰਾਜ ਕਹਿੰਦੇ ਤੁਸੀਂ ਰੋਜ਼ ਸ਼ਿਕਾਰ ਖੇਡਣ ਜਾਇਆ ਜੇ, ਘੋੜੇ ਤੇ ਚੜ੍ਹ ਕੇ ਜਦੋਂ ਸ਼ਿਕਾਰ ਨੂੰ ਚੜ੍ਹਿਆ ਕਰੋਗੇ ਉਦੋਂ ਸਾਡੇ ਦਰਸ਼ਨ ਹੋਇਆ ਕਰਨਗੇ। 40 ਸਾਲ ਭਾਈ ਸਾਹਿਬ ਵੀ ਜੀਏ ਗੁਰੂ ਸਾਹਿਬ ਤੋਂ ਬਾਅਦ। 1748 ਦੀ ਮਾਤਾ ਸੁੰਦਰੀ ਜੀ ਸਮਾਇਆ, ਉਸੇ ਸਾਲ ਭਾਈ ਰਾਮ ਕੋਇਲ ਚੋਲਾ ਛੱਡਿਆ। 40 ਸਾਲ ਨਿਯਮ ਨਾਲ ਸ਼ਿਕਾਰ ਖੇਡਣ ਜਾਂਦੇ ਸੀਗੇ ਤੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਸੀ। ਆਖੋ ਸਤਿਨਾਮ। ਸਿੰਘਾਂ ਨੂੰ ਕਹਿਣ ਲੱਗੇ ਖਾਲਸਾ ਜੀ, ਜਿਵੇਂ ਸਾਨੂੰ ਦਰਸ਼ਨ ਹੁੰਦੇ ਆ ਉੱਦਾਂ ਤੁਹਾਡੀ ਦ੍ਰਿਸ਼ਟੀ ਨਹੀਂ ਬਣਨੀ, ਹਰ ਇੱਕ ਦੀ ਵੱਖਰੀ ਵੱਖਰੀ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਤੁਸੀਂ ਕਥਾ ਸੁਣ ਕੇ, ਤੁਹਾਨੂੰ ਅਸੀਂ ਮਹਾਰਾਜ ਦੀ ਕਥਾ ਸੁਣਾਵਾਂਗੇ, ਕਥਾ ਸੁਣ ਕੇ ਕਥਾ ਜੋ ਦਰਸ਼ਨ ਕਰੋ। ਫਿਰ ਸਾਹਿਬ ਭਾਈ ਰਾਮ ਕੋਇਲ ਬ੍ਰਹਮ ਗਿਆਨੀ ਜੀ ਕਥਾ ਕਰਦੇ, ਭਾਈ ਸਾਹਿਬ ਸਿੰਘ ਲਿਖਾਰੀ ਲਿਖੀ ਜਾਂਦਾ। 500 ਸਾਖੀਆਂ ਲਿਖੀਆਂ ਗਈਆਂ, ਉਹ ਪੋਥੀਆਂ 5 ਸਨ। ਭਾਈ ਰਾਮ ਕੋਇਲ ਸਾਹਿਬ ਦੇ ਪੁੱਤਰ ਭਾਈ ਮੋਹਰ ਸਿੰਘ ਦੀ ਘਰਵਾਲੀ ਬੀਬੀ ਪ੍ਰਧਾਨ ਕੌਰ, ਜਿਹੜੀ ਮਹਾਰਾਜਾ ਆਲਾ ਸਿੰਘ ਜੀ ਪਟਿਆਲਾ ਪਤੀ ਦੀ ਬੇਟੀ ਸੀ, ਉਹ ਜਦੋਂ ਉਹਦਾ ਪਤੀ ਵੀ ਚੜ੍ਹਾਈ ਕਰ ਗਿਆ, ਪੋਥੀਆਂ ਲੈ ਕੇ ਬਰਨਾਲੇ ਆ ਗਈ। ਉੱਥੋਂ ਪੋਥੀਆਂ ਪਟਿਆਲੇ ਆਈਆਂ, ਪਟਿਆਲੇ ਤੋਂ ਭਾਈ ਸੰਤੋਖ ਸਿੰਘ ਜੀ ਕਵੀ ਜੀ ਨੂੰ ਮਿਲੀਆਂ, ਉੱਥੋਂ ਗ੍ਰੰਥ ਸੂਰਜ ਪ੍ਰਕਾਸ਼ ਲਿਖਿਆ ਗਿਆ, ਜਿਹੜੇ ਵਿੱਚ ਕੁਝ ਖੱਪੇ ਸਨ, ਕੁਝ ਗੱਲਾਂ ਐਸੀਆਂ ਜਿਹੜੀਆਂ ਉਹਨਾਂ ਪੋਥੀਆਂ ਵਿੱਚ ਵੀ ਨਹੀਂ ਸੀ ਮਿਲਦੀਆਂ। ਉਹ ਭਾਈ ਸਾਹਿਬ ਉਹਦੇ ਤੇ ਬੜੇ ਚਿੰਤਨ ਕਰਦੇ ਰਹਿੰਦੇ ਵੀ ਮਹਾਰਾਜ ਦੀ ਕਥਾ ਲਿਖਣੀ ਹੈ, ਇਹ ਗੱਲਾਂ ਕਿਵੇਂ ਪਤਾ ਲੱਗਣ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਧਿਆਨ 'ਚ ਬੈਠਿਆ ਕਰਦੇ ਤੇ ਅਰਦਾਸ ਕਰਦੇ ਵੀ ਸਤਿਗੁਰੂ ਜੀ ਮੈਨੂੰ ਹੁਕਮ ਤਾਂ ਲਾ ਦਿੱਤਾ ਵੀ ਕਥਾ ਲਿਖ ਦੇ, ਪਰ ਮੈਂ ਕਿਵੇਂ ਲਿਖਾਂ। ਇੱਕ ਦਿਨ ਦੁਪਹਿਰ ਨੂੰ ਭਾਈ ਸਾਹਿਬ ਦੇ ਘਰ ਇੱਕ ਨਿਹੰਗ ਸਿੰਘ ਜੀ ਆਏ
ਕਹਿਣ ਲੱਗੇ ਖਾਲਸਾ ਜੀ ਲੰਗਰ ਛਕਣਾ ਹੈ। ਉਹ ਮਾਤਾ ਰਾਮ ਕੌਰ ਜੀ ਭਾਈ ਸੰਤੋਖ ਸਿੰਘ ਦੀ ਘਰਵਾਲੀ ਨੇ ਪ੍ਰਸ਼ਾਦਾ ਤਿਆਰ ਕੀਤਾ, ਸਿੰਘ ਨੇ ਛਕਿਆ। ਛਕ ਕੇ ਕਹਿੰਦਾ ਫੌਜਾਂ ਦੇ ਚਾਲਾ ਪਾਉਣ ਲੱਗੀਆਂ, ਆਹ ਸਾਡਾ ਖਜ਼ਾਨਾ ਟੰਗਿਆ ਇੱਥੇ, ਆਪਣਾ ਜਿਹੜਾ ਖਜ਼ਾਨਾ ਪਾਉਂਦੇ ਨਾ ਝੋਲਾ, ਉੱਥੇ ਟੰਗ ਗਏ। ਤੇ ਕਹਿੰਦੇ ਕਿ ਜੇ ਕੋਈ ਲੋੜ ਪਏ ਤਾਂ ਦੇਖ ਲਿਆ ਜੇ। ਇੰਨਾ ਇਸ਼ਾਰਾ ਜਿਹਾ ਕਰਕੇ ਮੁੜ ਕੇ ਆਏ ਹੀ ਕੋਈ ਨਹੀਂ। 2 ਮਹੀਨੇ ਬਾਅਦ ਭਾਈ ਸੰਤੋਖ ਸਿੰਘ ਦੇਖਦੇ ਵੀ ਇਹ ਸਿੰਘ ਆਇਆ ਹੀ ਨਹੀਂ। ਜਦੋਂ ਉਹ ਫਰੋਲਿਆਂ ਦੇ ਵਿੱਚੋਂ ਕਾਗਜ਼ਾਂ ਦੇ ਸੰਚੇ ਲੱਭੇ, ਉਹ ਤੇ ਜਿਹੜਾ ਇਤਿਹਾਸ ਉਹਨਾਂ ਸਾਖੀਆਂ ਵਿੱਚ ਨਹੀਂ ਸੀਗਾ, ਜਿਹੜੇ ਖੱਪੇ ਸੀਗੇ ਵਿੱਚ, ਉਸ ਤੋਂ ਪੂਰੇ ਹੋ ਰਹੇ ਸਨ। ਫਿਰ ਭਾਈ ਸਾਹਿਬ ਨੂੰ ਪਤਾ ਲੱਗਾ ਵੀ ਇਹ ਤਾਂ ਸ਼ਹੀਦੀ ਫੌਜ ਮਹਾਰਾਜ ਨੇ ਆਪ ਭੇਜੀ ਸੀ ਬਹਾਨੇ ਨਾਲ। ਇੱਦਾਂ ਇੱਕ ਗੁਰੂ ਸਾਹਿਬ ਦੀ ਕਥਾ ਲਿਖੀ ਗਈ। ਸਾਡਾ ਇਤਿਹਾਸ ਗੁਰੂਆਂ ਦਾ, ਵੱਡੇ ਭਾਗਾਂ ਵਾਲੇ ਹੋ ਆਪ ਜੀ, ਸਰਵਣ ਕਰਦੇ ਹੋ। ਬੰਬੇ ਦੀਆਂ ਸੰਗਤਾਂ, ਸਾਰੇ ਹੀ ਨੌਜਵਾਨ ਇੱਥੋਂ ਦੇ, ਗੁਰੂ ਦੀਆਂ ਲਾਡਲੀਆਂ ਫੌਜਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ, ਸਾਰੇ ਹੀ ਪਿਆਰ ਦੀ ਮੂਰਤੀ ਹਨ। ਤੇ ਪ੍ਰੇਮ ਕਰਕੇ ਸਾਧ ਸੰਗਤ ਜੀ ਅਸੀਂ ਅੱਜ ਤੁਹਾਡੇ ਚਰਨਾਂ 'ਚ ਹਾਜ਼ਰੀ ਇੱਕੋ ਹੀ ਦੀਵਾਨ ਐਤਕੀ ਲਾ ਸਕੇ ਹਾਂ। ਤੇ ਕੁਝ ਕਰੋਨਾ ਕਰਕੇ ਵੀ ਰੌਲਾ ਜਿਹਾ ਸੀ, ਮੈਂ ਅੱਗੇ ਦੀ ਅੱਗੇ ਵਾਪਸੀ ਵੀ ਸ਼ਾਇਦ ਚਾਲਾ ਪਾਉਣਾ ਪੈ ਜਾਵੇ, ਬਹੁਤਾ ਬਚਨ ਨਹੀਂ ਕੀਤਾ ਸੰਗਤ ਨੂੰ। ਫਿਰ ਵੀ ਤੁਸੀਂ ਇੰਨੇ ਪਿਆਰ ਵਾਲੇ ਦੂਰੋਂ ਦੂਰੋਂ ਚੱਲ ਕੇ ਆਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਜਿਨ੍ਹਾਂ ਦੀ ਕਿਰਪਾ ਨਾਲ ਕਹੋ ਨਾਨਕ ਸਤਿਗੁਰੂ ਬਲਿਹਾਰੀ ਜਿਹਨੇ ਥਾਨ ਸੁਹਾਇਆ। ਆਪਾਂ ਜੁੜ ਕੇ ਬੈਠੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ।